ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 71 ਤੇ ਉਤੋਂ ਪਹਿਲੀ ਪੰਕਤੀ ਦੇ ਅਖੀਰ ਵਿੱਚ 7 ਨੰਬਰ ਲਿਖਿਆ। ਅੰਗ ਨੰਬਰ 71 ਪਹਿਲੀ ਪੰਕਤੀ ਦੇ ਅਖੀਰ 'ਚ ਕਾਇਆ ਰੋਗ ਨ ਛਿਦਰ ਕਿਛ ਨਾ ਕਿਛ ਕਾੜਾ ਸੋਗ ਮਿਰਤ ਨ ਆਵੇ ਚਿਤ ਤਿਸ ਐਨਿਸ ਭੋਗੈ ਭੋਗ ਸਭ ਕਿਛ ਕੀਤੋਨ ਆਪਣਾ ਜੀਏ ਨ ਸੰਕ ਧਰਿਆ ਚਿਤ ਨ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਭਰਿਆ। ਕਾਇਆ ਜਿਹੜਾ ਸ਼ਬਦ ਹੈ ਹਿੰਦੀ ਦਾ, ਕਾਇਆ ਜਿਹੜਾ ਸ਼ਬਦ ਹੈ ਉਹ ਪੰਜਾਬੀ ਦਾ ਹੈ। ਤੁਹਾਡੀ ਆਪਣੀ ਮਰਜ਼ੀ ਹੈ, ਕਾਇਆ ਬੋਲੋ ਚਾਹੇ ਕਾਇਆ ਬੋਲੋ, ਦੋਨੋਂ ਠੀਕ ਨੇ। ਇੱਕ ਹਿੰਦੀ ਦਾ ਇੱਕ ਪੰਜਾਬੀ ਦਾ। ਕਾਇਆ ਰੋਗ ਨ ਛਿਦਰ ਕਿਛ ਨਾ ਕਿਛ ਕਾੜਾ ਸੋਗ। ਜੇ ਕਿਸੇ ਨੂੰ ਸਰੀਰ ਦਾ ਕੋਈ ਰੋਗ ਨਾ ਹੋਵੇ, ਛਿਦਰ ਹੁੰਦਾ ਨੁਕਸ, ਕੋਈ ਸਰੀਰ ਦੇ ਨੁਕਸ ਵੀ ਨਾ ਹੋਵੇ, ਨਾ ਕਿਛ ਕਾੜਾ ਸੋਗ, ਉਹਨੂੰ ਕੋਈ ਚਿੰਤਾ ਫਿਕਰ ਵੀ ਨਾ ਹੋਵੇ। ਕਿਸੇ ਦਾ ਸਰੀਰ ਨਾ ਕੋਈ ਰੋਗ ਹੋਵੇ, ਨਾ ਕੋਈ ਸਰੀਰ 'ਚ ਨੁਕਸ ਹੋਵੇ, ਨਾ ਕੋਈ ਉਸ ਨੂੰ ਚਿੰਤਾ ਫਿਕਰ ਹੋਵੇ। ਮਿਰਤ ਨਾ ਆਵੇ ਚਿਤ ਤਿਸ, ਉਹਨੂੰ ਮੌਤ ਵੀ ਯਾਦ ਨਾ ਆਵੇ। ਮਿਰਤ ਮੈਨੇ ਮੌਤ। ਅਹਨਿਸ ਭੋਗੈ ਭੋਗ, ਅਤੇ ਦਿਨ ਰਾਤ ਭਾਂਤ ਪਾਂਦੇ ਭੋਗ ਭੋਗੇ। ਖਾਏ ਪੀਏ ਪਹਿਨੇ ਮੌਜ ਕਰੇ ਐਸ਼ ਕਰੇ। ਸਭ ਕੁਛ ਕੀਤੋਨ ਆਪਣਾ, ਸਾਰਾ ਕੁਛ ਉਸਦਾ ਆਪਣਾ ਹੋਵੇ। ਜੀਏ ਨਾ ਸੰਕ ਧਰਿਆ, ਤੇ ਮਨ 'ਚ ਕੋਈ ਸ਼ੰਕਾ ਵੀ ਨਾ ਹੋਵੇ। ਚਿੱਤ ਨਾ ਆਇਓ ਪਾਰ ਬ੍ਰਹਮ, ਪਰ ਜਿਹਨੂੰ ਪਰਮਾਤਮਾ ਯਾਦ ਨਹੀਂ ਨਾ ਆਉਂਦਾ, ਜਮ ਕੰਕਰ ਵਸ ਭਰਿਆ, ਉਹ ਤਾਂ ਜਮਾਂ ਦੇ ਵਸ ਪਵੇਗਾ। ਸੋ ਸਾਰਾ ਕੁਛ ਭਾਵੇਂ ਬੰਦੇ ਕੋਲ ਹੋਵੇ, ਤੰਦਰੁਸਤ ਸਰੀਰ ਹੋਵੇ, ਸਰੀਰ 'ਚ ਕੋਈ ਨੁਕਸ ਵੀ ਨਾ ਹੋਵੇ, ਕੋਈ ਫਿਕਰ ਚਿੰਤਾ ਵੀ ਨਾ ਹੋਵੇ, ਮੌਤ ਵੀ ਯਾਦ ਨਾ ਆਵੇ, ਦਿਨ ਰਾਤ ਅਨੇਕਾਂ ਭੋਗ ਭੋਗੇ, ਸਾਰੇ ਕੁਝ ਨੂੰ ਆਪਣਾ ਸਮਝੇ, ਮਨ ਦੇ 'ਚ ਕੋਈ ਸ਼ੰਕਾ ਵੀ ਨਾ ਲਿਆਵੇ, ਪਰ ਚਿੱਤ ਨਾ ਆਇਓ ਪਾਰ ਬ੍ਰਹਮ। ਪਰ ਜੇ ਇਹੋ ਜਿਹੇ ਬੰਦੇ ਦੇ ਚਿੱਤ ਵਿੱਚ ਪਰਮਾਤਮਾ ਨਹੀਂ ਨਾ ਯਾਦ ਆਇਆ, ਜਮ ਕੰਕਰ ਵਸ ਭਰਿਆ, ਉਹ ਫਿਰ ਜਮਦੂਤਾਂ ਦੇ ਵਸ 'ਚ ਪਵੇਗਾ। ਜਮ ਕੰਕਰ, ਕੰਕਰ ਸੇਵਾਦਾਰਾਂ ਨੂੰ ਕਹਿੰਦੇ ਨੇ, ਸੇਵਕ ਜਿਹੜੇ ਨੇ। ਜਮ ਕੰਕਰ ਯਮ ਰਾਜ ਦੇ ਜਿਹੜੇ ਸੇਵਕ ਨੇ, ਭਾਵ ਜਿਹੜੇ ਜਮਦੂਤ ਹਨ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ। ਜਿਉਂ ਜਿਉਂ ਉਹ ਵਧਾਈਏ, ਤਿਉਂ ਤਿਉਂ ਹਰ ਸਿਉ ਰੰਗ। ਦੋਹਾਂ ਹਾਹੇ ਨੂੰ ਕੰਨਾ ਬਿੰਦੇ, ਸਿਰਿਆਂ ਆੜੇ ਨੂੰ ਕੰਨਾ ਬਿੰਦੇ। ਦੋਹਾਂ ਸਿਰਿਆਂ ਕਾ ਖਸਮ ਆਪ, ਅਵਰ ਨ ਦੂਜਾ ਥਾਉ। ਸਤਿਗੁਰ ਤੁਠੈ ਪਾਇਆ, ਨਾਨਕ ਸੱਚਾ ਨਾਉ। ਕਹਿੰਦੇ ਕਿਰਪਾ ਕਰੇ ਜਿਸ ਪਾਰ ਬ੍ਰਹਮ, ਜਿਸ 'ਤੇ ਪਰਮਾਤਮਾ ਦੀ ਕਿਰਪਾ ਹੁੰਦੀ ਨਾ, ਹੋਵੇ ਸਾਧੂ ਸੰਗ, ਉਹਨੂੰ ਗੁਰੂ ਦੀ ਸੰਗਤ ਮਿਲਦੀ। ਐਵੇਂ ਨਹੀਂ ਆਪਾਂ ਸਤਸੰਗ 'ਚ ਆ ਗਏ, ਪਰਮਾਤਮਾ ਨੇ ਸਾਡੇ 'ਤੇ ਕਿਰਪਾ ਕੀਤੀ ਤਾਂ ਅਸੀਂ ਆਏ ਹਾਂ। ਉਂਝ ਕੋਈ ਨਹੀਂ ਆਉਂਦਾ ਉਹਦੀ ਕਿਰਪਾ ਤੋਂ ਬਿਨਾਂ। ਜਿੰਨਾ ਮਰਜ਼ੀ ਕਹੀ ਜਾਓ ਕਿਸੇ ਨੂੰ, ਜਿੰਨਾ ਮਰਜ਼ੀ ਕਿਸੇ ਨੂੰ ਕਹੀ ਜਾ ਆ ਸਤਸੰਗ ਚੱਲੀ, ਕਦੇ ਨਹੀਂ ਆਉਂਦਾ। ਜਿਸ ਦਿਨ ਉਹਦੀ ਪਰਮਾਤਮਾ ਦੀ ਕਿਰਪਾ ਹੋਏਗੀ, ਉਦੋਂ ਤੁਹਾਡੀ ਗੱਲ ਮੰਨ ਲਏਗਾ। ਸੋ ਕਿਰਪਾ ਕਰੇ ਜਿਸ ਪਾਰ ਬ੍ਰਹਮ, ਜਿਸ 'ਤੇ ਪਰਮਾਤਮਾ ਕਿਰਪਾ ਕਰਦਾ ਹੈ। ਹੋਵੇ ਸਾਧੂ ਸੰਗ, ਉਹਦਾ ਗੁਰੂ ਦੇ ਨਾਲ, ਉਹਦੀ ਗੁਰੂ ਨਾਲ ਸੰਗਤ ਹੋ ਜਾਂਦੀ ਹੈ, ਭਾਵ ਗੁਰੂ ਦੀ ਸੰਗਤ ਕਰਦਾ ਹੈ। ਜਿਉਂ ਜਿਉਂ ਉਹ ਵਧਾਈਏ, ਜਿਉਂ ਜਿਉਂ ਸੰਗਤ ਜ਼ਿਆਦਾ ਕਰਦਾ ਹੈ, ਤਿਉਂ ਤਿਉਂ ਹਰ ਸਿਉ ਰੰਗ। ਰੰਗ ਹੁੰਦਾ ਪਿਆਰ, ਤਿਉਂ ਤਿਉਂ ਪਰਮਾਤਮਾ ਨਾਲ ਉਸਦਾ ਪਿਆਰ ਵੱਧਦਾ ਹੈ। ਕਿ ਉਹ ਰੋਜ਼ 'ਚ ਗੁਰੂ ਕੋਲ ਆਉਣਾ,
ਤੇ ਗੁਰੂ ਨੇ ਰੋਜ਼ ਕਹਿੰਦੇ ਭਾਈ ਬਾਣੀ ਪੜ੍ਹੋ, ਨਾਮ ਜਪੋ। ਸੰਗਤ ਕਰਦਿਆਂ ਕਰਦਿਆਂ ਪਰਮਾਤਮਾ ਨਾਲ ਪਿਆਰ ਵੱਧ ਜਾਂਦਾ ਹੈ। ਅਤੇ ਪਰਮਾਤਮਾ ਨਾਲ ਪਿਆਰ ਪਾਉਣੇ ਮੁੱਖ ਉਦੇਸ਼ ਹੈ ਸੰਗਤ ਦਾ। ਸੋ ਜਿਉਂ-ਜਿਉਂ ਉਹ ਵਧਾਈ ਹੈ, ਜਿਉਂ-ਜਿਉਂ ਸੰਗਤ ਵਧਾਈ ਜਾਵੇ, ਗੁਰੂ ਦੀ ਸੰਗਤ ਆਪਾਂ ਵਧਾਉਂਦੇ ਜਾਈਏ, ਤਿਉਂ-ਤਿਉਂ ਹਰਸਿਓ ਰੰਗ, ਤਿਉਂ ਉਸੇ ਤਰ੍ਹਾਂ ਹੀ ਪਰਮਾਤਮਾ ਨਾਲ ਪਿਆਰ ਵੱਧਦਾ ਜਾਂਦਾ ਹੈ। ਦੋਹਾਂ ਸਿਰਿਆਂ ਕਾ ਖਸਮ ਆਪ, ਦੋ ਸਿਰ ਨੇ, ਇੱਕ ਲੋਕ ਇੱਕ ਪਰਲੋਕ। ਦੋਨਾਂ ਸਿਰਿਆਂ ਦਾ, ਲੋਕ ਪਰਲੋਕ ਦਾ ਮਾਲਕ ਪਰਮਾਤਮਾ ਆਪ ਹੈ। ਖਸਮ ਮੈਨੇ ਮਾਲਕ, ਅਵਰ ਨਾ ਦੂਜਾ ਥਾਂ। ਹੋਰ ਤਾਂ ਸਾਡੇ ਕੋਲ ਥਾਂ ਹੀ ਨਹੀਂ ਹੈ ਵੀ ਜਿੱਥੇ ਅਸੀਂ ਜਾ ਕੇ ਸ਼ਰਨ ਲਈਏ ਜਾਂ ਜਿਸ ਦਾ ਓਟ ਆਸਰਾ ਲਈਏ। ਉਹ ਪਰਮਾਤਮਾ ਹੀ ਲੋਕ ਪਰਲੋਕ ਸਾਡਾ ਆਸਰਾ ਹੈ। ਸਤਿਗੁਰ ਤੁਠੈ ਪਾਇਆ, ਨਾਨਕ ਸੱਚਾ ਨਾਮ। ਤੁਠੈ ਦਾ ਤੁਰਠਣਾ, ਖੁਸ਼ ਹੋਣਾ। ਗੁਰੂ ਦੇ ਖੁਸ਼ ਹੋਣ ਨਾਲ ਹੀ ਸਾਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ। ਸੱਚਾ ਪਰਮਾਤਮਾ ਦਾ, ਗੁਰੂ ਦੇ ਖੁਸ਼ ਹੋਣ ਨਾਲ ਹੀ ਸਿੱਖ ਨੂੰ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸੋ ਇਸ ਲਈ ਗੁਰੂ ਦੀ ਸੰਗਤ ਕਰਨੀ ਹੈ। ਆਪਾਂ ਜਿਹਦੀ ਸੰਗਤ ਕਰਦੇ ਜੇ ਉਹਦੇ ਨਾਲ ਆਪਣੀ ਜਾਣਕਾਰੀ ਵੱਧਦੀ ਜਾਂਦੀ ਹੈ। ਹੌਲੀ ਹੌਲੀ ਫਿਰ ਪਿਆਰ ਹੋ ਜਾਂਦਾ ਹੈ, ਹੌਲੀ ਹੌਲੀ ਫਿਰ ਕਿਰਪਾ ਹੋ ਜਾਂਦੀ ਹੈ। ਇੱਕ ਹੁੰਦਾ ਆਪਣੇ ਸਵਾਰਥ ਲਈ ਕਿਸੇ ਕੋਲ ਜਾਣਾ, ਇੱਕ ਹੁੰਦਾ ਵੀ ਪਿਆਰ ਹੈ ਇਸ ਲਈ ਜਾਣਾ। ਸੋ ਜਦੋਂ ਵਾਰੀ ਵਾਰੀ ਬੰਦਾ ਜਾਈ ਜਾਂਦਾ ਫਿਰ ਉਸਦਾ ਪਿਆਰ ਹੋ ਜਾਂਦਾ ਗੁਰੂ ਨਾਲ। ਅਤੇ ਗੁਰੂ ਨੂੰ ਜੇ ਪਤਾ ਲੱਗਦਾ ਮੈਨੂੰ ਵਾਕਈ ਪਿਆਰ ਕਰਦਾ, ਉਹ ਕਿਰਪਾ ਕਰਦੇ ਨਾਮ ਦੀ ਦਾਤ ਦੇ ਦਿੰਦਾ ਹੈ। ਸ਼੍ਰੀ ਰਾਗ ਮਹਿਲਾ ਪੰਜਵਾਂ, ਘਰ ਪੰਜਵਾਂ। ਜਾਨੋ ਨਹੀਂ ਭਾਵੈ ਕਵਨ ਬਾਤਾ। ਇਹਨੂੰ ਬਾਤਾ ਨਹੀਂ ਪੜ੍ਹਨਾ, ਭਾਵੈ ਇੱਕ ਵਚਨ ਹੈ। ਜਿਹਦਾ ਜਾਨੋ ਨਹੀਂ ਭਾਵੇਂ ਕਵਨ ਬਾਤਾਂ, ਫਿਰ ਹੁੰਦਾ ਵੀ ਪਤਾ ਨਹੀਂ ਪਰਮਾਤਮਾ ਨੂੰ ਕਿਹੜੀ ਗੱਲਾਂ ਚੰਗੀਆਂ ਲੱਗਦੀਆਂ। ਭਾਵੈ ਇੱਕ ਵਚਨ ਹੋਣ ਕਰਕੇ ਅੱਗੇ ਬਾਤਾ ਵੀ ਇੱਕ ਵਚਨ ਹੈ। ਜਾਨੋ ਨਹੀਂ ਭਾਵੈ ਕਵਨ ਬਾਤਾ, ਮਨ ਖੋਜ ਮਾਰਗ ਰਹਾਉ। ਧਿਆਨੀ ਧਿਆਨ ਲਾਵੇਂ, ਗਿਆਨੀ ਗਿਆਨ ਕਮਾਵੇਂ, ਪ੍ਰਭ ਕਿਨ ਹੀ ਜਾਤਾ। ਜਾਨੋ ਨਹੀਂ ਵੀ ਮੈਨੂੰ ਪਤਾ ਨਹੀਂ, ਭਾਵੈ ਕਵਨ ਬਾਤਾ ਵੀ ਪਰਮਾਤਮਾ ਨੂੰ ਕਿਹੜੀ ਗੱਲ ਚੰਗੀ ਲੱਗਦੀ। ਮੈਨੂੰ ਨਹੀਂ ਪਤਾ ਕਿ ਪਰਮਾਤਮਾ ਨੂੰ ਕਿਹੜੀ ਗੱਲ ਚੰਗੀ ਲੱਗਦੀ ਹੈ। ਮਨ ਖੋਜ ਮਾਰਗ, ਹੇ ਮਨਾ ਤੂੰ ਪਰਮਾਤਮਾ ਨੂੰ ਮਿਲਣ ਦਾ ਰਸਤਾ ਖੋਜ ਵੀ ਪਰਮਾਤਮਾ ਨੂੰ ਕਿਵੇਂ ਮਿਲਿਆ ਜਾ ਸਕਦਾ। ਮਾਰਗ ਦਾ ਮਤਲਬ ਕੋਈ ਰਾਹ ਨਹੀਂ ਵੀ ਜਿਹੜਾ ਪਰਮਾਤਮਾ ਨੂੰ ਜਾਂਦਾ ਹੈ, ਭਾਵ ਢੰਗ ਤਰੀਕਾ। ਹੋਰ ਇਹ ਕੋਈ ਨਹੀਂ ਵੀ ਆ ਜਿਹੜੀ ਸਰਹੰਦ ਨੂੰ ਸੜਕ ਜਾਂਦੀ ਵੀ ਇਹੋ ਜਿਹੀ ਕੋਈ ਸੜਕ ਹੈ ਪਰਮਾਤਮਾ ਨੂੰ ਜਾਣ ਲਈ। ਮਾਰਗ ਦਾ ਇੱਥੇ ਭਾਵ ਹੈ ਢੰਗ ਤਰੀਕਾ। ਹੈ ਮਨਾ ਪਰਮਾਤਮਾ ਨੂੰ ਮਿਲਣ ਦਾ ਕੋਈ ਢੰਗ ਤਰੀਕਾ ਸੋਚ। ਧਿਆਨੀ ਧਿਆਨ ਲਾਵੇਂ, ਜਿਹੜੇ ਧਿਆਨੀ ਹਨ ਉਹ ਪਰਮਾਤਮਾ ਨਾਲ ਧਿਆਨ ਜੋੜਦੇ ਨੇ। ਗਿਆਨੀ ਗਿਆਨ ਕਮਾਵੇਂ, ਜਿਹੜੇ ਗਿਆਨੀ ਲੋਕ ਨੇ ਉਹ ਗਿਆਨ ਇਕੱਠਾ ਕਰਨ 'ਤੇ ਲੱਗੇ ਰਹਿੰਦੇ ਹਨ, ਗਿਆਨ ਦੀ ਕਮਾਈ ਕਰਦੇ ਨੇ। ਪ੍ਰਭ ਕਿਨ ਹੀ ਜਾਤਾ, ਪਰ ਪਰਮਾਤਮਾ ਨੂੰ ਕਿਸੇ ਵਿਰਲੇ ਟਾਵੇਂ ਨਹੀਂ ਜਾਣਿਆ ਹੈ। ਠੀਕ ਹੈ, ਭਜਨਬੰਦੀ ਕਰਨਾ, ਭਜਨਬੰਦੀ ਕਰਦੇ ਨੇ, ਪਰ ਜ਼ਰੂਰੀ ਨਹੀਂ ਕਿ ਸਾਰਿਆਂ ਨੂੰ ਪਰਮਾਤਮਾ ਦਾ ਗਿਆਨ ਹੋ ਜਾਏ, ਉਹ ਕਿਸੇ ਵਿਰਲੇ ਨੂੰ ਹੁੰਦਾ ਹੈ। ਸਾਡਾ ਕੰਮ ਤਾਂ ਭਜਨਬੰਦਗੀ ਕਰਦੇ ਰਹਿਣਾ ਬਸ। ਕਦੋਂ ਮਿਲਦਾ ਹੈ, ਮਿਲਦਾ ਜਾਂ ਨਹੀਂ ਮਿਲਦਾ ਹੈ, ਛੇਤੀ ਮਿਲਦਾ ਦੇਰ ਨਾ ਮਿਲਦਾ, ਇਹ ਤਾਂ ਉਹਦੀ ਮਰਜ਼ੀ ਹੈ ਨਾ। ਕਰਮ ਸਾਡੇ ਵੱਸ ਵਿੱਚ ਹੈ, ਫਲ ਸਾਡੇ ਵੱਸ 'ਚ ਨਹੀਂ ਹੈ, ਇਹ ਖਿਆਲ ਰੱਖਣਾ। ਕਰਮ ਕਰਨਾ ਹੈ ਸਾਡੇ ਵੱਸ 'ਚ, ਅਸੀਂ ਚੰਗਾ ਕਰ ਲਈਏ ਮੰਦਾ ਕਰ ਲਈਏ, ਬਹੁਤਾ ਕਰ ਲਈਏ ਥੋੜ੍ਹਾ ਕਰ ਲਈਏ, ਪਰ ਕਰਮ ਦਾ ਜਿਹੜਾ ਫਲ ਹੈ ਉਹ ਪਰਮਾਤਮਾ ਦੇ ਵੱਸ 'ਚ ਹੈ। ਉਹ ਫਲ ਬਹੁਤਾ ਦਿੰਦਾ ਹੈ, ਥੋੜ੍ਹਾ ਦਿੰਦਾ ਹੈ, ਛੇਤੀ ਦਿੰਦਾ ਹੈ, ਲੇਟ ਦਿੰਦਾ ਹੈ ਜਾਂ ਨਹੀਂ ਵੀ ਦਿੰਦਾ। ਸੋ ਇਸ ਲਈ ਸਿੱਖ ਦਾ ਕੰਮ ਹੈ ਭਜਨ ਬੰਦਗੀ ਕਰਦੇ ਰਹਿਣਾ ਬਸ।
ਇਸ ਤਰ੍ਹਾਂ ਜਿਹੜੇ ਧਿਆਨੀ ਨੇ ਉਹ ਪਰਮਾਤਮਾ ਨਾਲ ਧਿਆਨ ਜੋੜਦੇ ਨੇ, ਗਿਆਨੀ ਨੇ ਗਿਆਨ ਦੀ ਕਮਾਈ ਕਰਦੇ ਨੇ, ਵੱਧ ਤੋਂ ਵੱਧ ਗਿਆਨ ਇਕੱਠਾ ਕਰਦੇ ਨੇ, ਗਿਆਨ ਦੀਆਂ ਬਾਤਾਂ ਕਰਦੇ ਨੇ, ਅੱਗੇ ਗਿਆਨ ਵੰਡਦੇ ਨੇ। ਪ੍ਰਭ ਕਿਨ ਹੀ ਜਾਤਾ, ਪਰ ਪਰਮਾਤਮਾ ਨੂੰ ਕਿਸੇ ਵਿਰਲੇ ਟਾਵੇਂ ਨੇ ਜਾਣਿਆ ਹੈ। ਭਗਉਤੀ ਰਹਿਤ ਜੁਗਤ, ਭਗਉਤੀ ਦੇ ਜਿਹੜੇ ਭਗਵਤੀ ਨੂੰ ਮੰਨਣ ਵਾਲੇ ਹਨ। ਹਿੰਦੀ ਜਿਹਦਾ ਭਗਵਤੀ ਉਸ ਤੋਂ ਬਣਿਆ ਭਗਉਤੀ। ਸੋ ਜਿਹੜਾ ਭਗਉਤੀ ਹੈ, ਭਗਵਤੀ ਨੂੰ ਮੰਨਣ ਵਾਲਾ ਹੈ, ਉਹ ਜਿਹੜਾ ਰਹਿਤ ਜੁਗਤ ਉਹ ਉਸ ਤਰੀਕੇ ਨਾਲ ਰਹਿੰਦਾ ਜਿਵੇਂ ਦੂਜੇ ਭਗਉਤੀ ਰਹਿੰਦੇ ਨੇ, ਉਸ ਤਰੀਕੇ ਨਾਲ ਰਹਿੰਦਾ ਹੈ। ਜੋਗੀ ਕਹਿਤ ਮੁਕਤ, ਜੋਗੀ ਕਹਿੰਦਾ ਮੈਂ ਤਾਂ ਮੁਕਤ ਹਾਂ, ਉਹਨੂੰ ਇਹੀ ਭੁਲੇਖਾ ਮੈਂ ਤਾਂ ਮੁਕਤ ਹਾਂ, ਵੀ ਮੈਂ ਜੋਗੀ ਹਾਂ। ਤਪਸੀ ਤਪਹਿ ਰਤ, ਤਪਸੀ ਤਪਸਵੀ ਤੋਂ ਬਣਿਆ ਹੋਇਆ। ਤਪਸੀ ਤਪਹਿ ਰਤ, ਜਿਹੜਾ ਤਪਸਵੀ ਹੈ ਉਹ ਤਪ ਕਰਨ 'ਚ ਲੱਗਾ ਰਹਿੰਦਾ ਹੈ। ਮੋਨੀ ਮੋਨ ਧਾਰੀ, ਜਿਹੜਾ ਮੋਨੀ ਹੈ ਜਿਹੜਾ ਚੁੱਪ ਕਰ ਰਿਹਾ, ਮੋਨੀ ਉਸ ਨੂੰ ਕਹਿੰਦੇ ਜਿਹਨੇ ਮੌਨ ਧਾਰਿਆ ਹੋਵੇ, ਚੁੱਪ ਹੋਵੇ, ਬੋਲੇ ਨਾ। ਸਾਡੇ ਪਿੰਡ 'ਚ ਇੱਕ ਵਾਰੀ ਮੋਨੀ ਆ ਗਿਆ ਜੀ, ਮੂੰਹ 'ਤੇ ਪੱਟੀ ਬੰਨੀ ਹੋਈ ਹੈ, ਸਲੇਟ ਹੈ ਉਹਦੇ ਕੋਲ ਅਤੇ ਸਲੇਟੀ ਹੈ। ਪੁਰਾਣੇ ਬੰਦੇ ਨੂੰ ਪਤਾ, ਇਹਦੇ ਬੱਚਿਆਂ ਨੂੰ ਤਾਂ ਸਲੇਟ ਹੀ ਨਹੀਂ ਵੇਖੀ ਉਹਨੇ, ਸਲੇਟੀ। ਕਿਸੇ ਨੇ ਪ੍ਰਸ਼ਨ ਮੰਨ ਲਓ ਵਾਸਤੇ ਕੋਈ ਪ੍ਰਸ਼ਨ ਪੁੱਛਿਆ, ਉਹ ਬੋਲ ਕੇ ਨਹੀਂ ਸੀ ਦੱਸਦਾ, ਲਿਖ ਕੇ ਦੱਸਦਾ ਸੀ। ਅਤੇ ਮੈਂ ਸੋਚ ਰਿਹਾ ਦਿਲ 'ਚ ਵੀ ਹੈ ਵੀ ਤੂੰ ਪਹਿਲਾਂ ਲਿਖ ਦੇ, ਫਿਰ ਸਾਨੂੰ ਕਹਿਣੇ ਲਓ ਪੜ੍ਹ ਲਓ ਹੈ, ਵੀ ਤੂੰ ਵੈਸੇ ਹੀ ਦੱਸਦੇ ਹੈ। ਰੱਬ ਨੇ ਜੀਭ ਕਾਹਦੇ ਲਈ ਦਿੱਤੀ ਹੈ? ਬੋਲਣ ਲਈ ਦਿੱਤੀ ਹੈ ਕਿ ਚੁੱਪ ਰਹਿਣ ਲਈ ਦਿੱਤੀ ਹੈ? ਠੀਕ ਹੈ, ਅਸੀਂ ਫਜ਼ੂਲ ਨਹੀਂ ਬੋਲਣਾ। ਪਰਮਾਤਮਾ ਨੇ ਜੀਭ ਬੋਲਣ ਲਈ ਦਿੱਤੀ ਹੈ, ਖਾਣ ਪੀਣ ਲਈ ਦਿੱਤੀ ਹੈ, ਸਵਾਦ ਲਈ ਦਿੱਤੀ ਹੈ। ਇਹ ਥੋੜ੍ਹਾ ਜੀਭ ਦੀ ਵਰਤੋਂ ਹੀ ਨਾ ਕਰੋ ਜੀ, ਇਹ ਕੋਈ ਸਿਆਣਪ ਨਹੀਂ ਹੈ। ਹਾਂ, ਇੰਨਾ ਹੁੰਦਾ ਧਰਮ ਕਹਿੰਦਾ ਜੀਭ ਦੀ ਸਹੀ ਵਰਤੋਂ ਕਰੋ, ਇਹਦੇ ਨਾਲ ਅਬਾ ਤਬਾ ਨਾ ਬੋਲੋ, ਫਾਲਤੂ ਨਾ ਬੋਲੋ, ਲੋੜ ਅਨੁਸਾਰ ਬੋਲੋ। ਹੁਣ ਮੰਨ ਲਓ ਮੈਨੂੰ ਪੈਰ ਪਰਮਾਤਮਾ ਨੇ ਲੱਤਾਂ ਦਿੱਤੀਆਂ, ਤੁਰਨ ਲਈ ਦਿੱਤੀਆਂ ਨੇ, ਜੇ ਮੈਂ ਨਾਲ ਤੁਰਾਂਗਾ ਹੀ ਨਹੀਂ ਤਾਂ ਬਹੁਤ ਛੇਤੀ ਕੰਡਮ ਹੋ ਜਾਣਗੀਆਂ। ਅੱਜ ਸਾਡੇ ਸਰੀਰ ਛੇਤੀ ਕੰਡਮ ਹੋ ਰਹੇ ਹਨ, ਕਿਉਂ? ਅਸੀਂ ਸਰੀਰ ਤੋਂ ਘੱਟ ਕੰਮ ਲੈਂਦੇ ਹਾਂ, ਦਿਮਾਗ ਤੋਂ ਜ਼ਿਆਦਾ ਲੈਂਦੇ ਹਾਂ। ਅੱਜ ਦੇ ਮਨੁੱਖ ਦਾ ਦਿਮਾਗ ਤੇਜ਼ ਹੈ, ਪਰ ਸਰੀਰ ਕੰਡਮ ਹੋ ਰਿਹਾ ਹੈ, ਕਿਉਂਕਿ ਸਰੀਰ ਤੋਂ ਅਸੀਂ ਕੰਮ ਨਹੀਂ ਲੈਂਦੇ। ਥੋੜ੍ਹੇ ਜਿਹੇ 10 ਕਦਮਾਂ ਬਾਜ਼ਾਰ 'ਚ ਜਾਣਾ ਤਾਂ ਵੀ ਸਕੂਟਰ 'ਤੇ ਜਾਂਦੇ ਹਾਂ ਜੀ, ਵੀ ਤੁਰ ਕੇ ਚਲੇ ਜਾਓ। ਉਂਝ ਸੈਰ ਕਰਦੇ ਲੋਕ, ਮੈਂ ਦੱਸਿਆ ਕਮਲੇ ਵੀ ਤੁਸੀਂ ਸੈਰ ਕਰ ਰਹੇ ਹੋ, ਤੁਸੀਂ ਤੁਰ ਕੇ ਬਾਜ਼ਾਰ ਚਲੇ ਜਾਓ, ਆਪੇ ਸੈਰ ਹੋ ਜਾਏਗੀ, ਆਪੇ ਸੈਰ ਹੋ ਜਾਏਗੀ। ਉਹ ਜ਼ਰੂਰ ਤੇਲ ਫੂਕਣ। ਜੇ ਇੱਕ ਬੰਦਾ 1 ਘੰਟਾ ਤੁਰ ਸਕਦਾ ਹੈ ਤਾਂ ਅੱਧੇ ਘੰਟੇ ਕਿੰਨੀ ਦੂਰ ਬਾਜ਼ਾਰ 'ਚੋਂ ਜਾ ਸਕਦਾ ਹੈ। ਆਪਣੇ ਸੌਦਾ ਲੈ ਆਓ, ਗਰਮੀਆਂ ਦੇ ਮੌਸਮ ਛਤਰੀ ਲੈ ਜਾਓ, ਜੇ ਧੁੱਪ ਹੈ ਥੋੜ੍ਹੀ ਬਹੁਤੀ ਛਤਰੀ ਲੈ ਜਾਓ, ਵੀ ਪੈਦਲ ਜਾਓ ਅਤੇ ਪੈਦਲ ਆਓ। ਲੱਤਾਂ ਤੋਂ ਕੰਮ ਲਓਗੇ ਆਪੇ ਠੀਕ ਹੋ ਜਾਣਗੇ। ਉਂਝ ਸੈਰ ਕਰਨੀ ਹੈ, ਬਾਜ਼ਾਰ ਸਕੂਟਰ 'ਤੇ ਜਾਣਾ। ਦੱਸ, ਤੇਲ ਫੂਕਣ ਦਾ ਸ਼ੌਕ ਹੈ, ਤੇਲ ਫੂਕਣਾ ਹੈ, ਜਾ ਕੇ ਦਿਨ ਕੋਈ ਟੌਰ ਨਹੀਂ ਬਣਦੀ ਹੈ। ਲੋਕ ਪੁੱਛਣ ਕੀ ਗੱਲ ਤੁਰੇ ਆਉਂਦੇ ਹੋ? ਜਦੋਂ ਮੈਂ ਟੀਚਰ ਲੱਗਾ ਸੀ, ਮੈਂ ਇੱਕ ਵਾਰੀ ਫੈਸਲਾ ਕਰ ਲਿਆ ਵੀ ਤੁਰ ਕੇ ਬੱਸ ਸਟੈਂਡ 'ਤੇ ਜਾਇਆ ਕਰਾਂ, ਤੁਰ ਕੇ ਆਇਆ ਕਰਾਂਗੇ। ਪਹਿਲੇ ਦਿਨ ਜਾ ਰਿਹਾ ਜੀ, ਅਜੇ ਮੈਂ ਦੂਖ ਨਿਵਾਰਨ ਪਹੁੰਚਿਆ। ਉਦੋਂ ਅਸੀਂ DLF ਕਲੋਨੀ 'ਚ ਰਹਿੰਦੇ ਹੁੰਦੇ ਸੀ। ਦੂਖ ਨਿਵਾਰਨ ਪਹੁੰਚਿਆ, ਮਗਰੋਂ ਇੱਕ ਕਾਰ ਵਾਲਾ ਗਿਆ, ਰੋਕ ਲਈ। ਸਰ ਜੀ ਬੈਠੋ। ਮੈਂ ਨਹੀਂ, ਮੈਂ ਤਾਂ ਵੈਸੇ ਹੀ ਤੁਰ ਕੇ ਜਾ ਰਿਹਾ। ਕਹਿੰਦਾ ਹੁਣ ਤਾਂ ਮੈਂ ਕਾਰ ਰੋਕ ਲਈ, ਬੈਠੋ। ਚਲ ਉਹ ਲੈ ਗਿਆ। ਅਗਲੇ ਦਿਨ ਫਿਰ ਜਾ ਰਿਹਾ ਹਾਂ, ਅਜੇ ਘਰੋਂ ਥੋੜ੍ਹੀ ਦੂਰ ਨਿਕਲਿਆ ਹਾਂ ਅਤੇ ਇੱਕ ਮਗਰ ਸਕੂਟਰ 'ਤੇ ਆ ਗਿਆ। ਕਹਿੰਦੇ ਕੀ ਕਰੋ? ਕਿ ਕਹਿੰਦੇ ਕੀ ਗੱਲ ਤੁਰੇ ਜਾ ਰਹੇ ਹੋ? ਮੈਂ ਜੀ ਮੈਂ ਤਾਂ ਵੈਸੇ ਜੇ ਵੀ ਤੁਰ ਕੇ ਚਲੋ ਉੱਥੋਂ ਤੱਕ ਚਲੇ ਜਾਏ ਬੱਸ ਸਟੈਂਡ। ਕਹਿੰਦੇ ਬੈਠੋ ਜੀ ਬੈਠੋ, ਮੈਂ ਛੱਡ ਕੇ ਆਉਣਾ। ਮੈਂ ਕਿਹਾ ਵੀ ਨਹੀਂ ਗੱਲ ਬਣਨੀ। ਮੈਂ ਫਿਰ ਆਪਣਾ ਸਕੂਟਰ ਲਿਜਾਣ ਲੱਗ ਗਿਆ। ਸੋ ਕੋਸ਼ਿਸ਼ ਕਰਨੀ ਚਾਹੀਦੀ। ਮੇਰਾ ਬ੍ਰਦਰ ਦੇਖੋ ਦਸ਼ਮੇਸ਼ ਨਗਰ 'ਚ ਰਹਿੰਦੇ ਸੀ, ਉਹਨਾਂ ਦੇ ਦੋਸਤ ਮਹਿੰਦਰਾ ਕਾਲਜ 'ਤੇ ਉੱਧਰ NIL ਸਨ। NIS ਉੱਧਰ
ਉਹ ਦਸ਼ਮੇਸ਼ ਨਗਰ ਤੋਂ ਗਰਮੀਆਂ ਹੋਣ ਸਰਦੀਆਂ ਨੂੰ ਪੈਦਲ ਤੁਰ ਕੇ ਜਾਣਾ ਅਤੇ ਪੈਦਲ ਤੁਰ ਕੇ ਆਉਣਾ। ਕਦੇ ਉਹਨਾਂ ਰਿਕਸ਼ਾ ਨਹੀਂ ਲਿਆ ਜਿੰਨੇ ਸਾਲ ਉਹ ਪਟਿਆਲੇ 'ਚ ਰਹੇ, ਕਦੇ ਰਿਕਸ਼ੇ 'ਤੇ ਨਹੀਂ ਚੜ੍ਹੇ, ਨਾ 3 ਵੀਲਰ 'ਤੇ ਚੜ੍ਹੇ, ਤੁਰ ਕੇ ਜਾਂਦੇ ਸੀ, ਤੁਰ ਕੇ ਆਉਂਦੇ। ਵਾਪਸ ਆਉਂਦਿਆਂ ਹੋਏ ਉਹਨਾਂ ਦੁੱਖ ਨਾਲ ਰੁਕਣਾ, ਉਹ ਤੋਂ 5 ਰੁਪਏ ਦੀ ਦੇਗ ਲੈਣੀ, ਭਲੇ ਜ਼ਮਾਨੇ ਸਨ ਉਦੋਂ, ਉਹ 'ਤੇ ਖਾ ਲੈਣੀ ਹੈ, ਜੇ ਤਾਂ ਰੱਜ ਗਏ ਠੀਕ ਹੈ, ਨਹੀਂ 5 ਰੁਪਏ ਦੀ ਹੋਰ ਲੈ ਲੈਣੀ, ਆਪਣਾ ਦੇਗ ਛਕ ਕੇ ਘਰ ਨੂੰ ਵਾਪਸ ਆ ਜਾਣਾ। ਕਹਿੰਦੇ ਵੀ ਇਹ ਪਾਠ ਕਰਕੇ ਉਹਨਾਂ ਨੇ ਦੇਗ ਬਣਾਈ ਹੈ, ਦੇਸੀ ਘਿਓ ਦੀ ਦੇਗ ਹੈ, ਜ਼ਰੂਰ ਬਾਜ਼ਾਰ ਦਾ ਗੰਦਬੰਦ ਖਾਣਾ, ਜ਼ਰੂਰੀ ਬਾਜ਼ਾਰ ਦਾ ਗੰਦਬੰਦ ਖਾਣਾ, ਉਹ ਨਹੀਂ ਸੀ ਖਾਂਦੇ ਹੁੰਦੇ ਵੀ ਸਮੋਸੇ ਖਾਓ ਜੀ ਫਲਾਣ, ਕਹਿੰਦੇ ਜ਼ਰੂਰੀ ਖਾਣੇ, ਆਹ ਦੇਗ ਖਾਓ, ਦੇਸੀ ਘਿਓ ਦੀ ਬਣੀ ਹੋਈ ਹੈ, ਫਿਰ ਪਾਠ ਕਰਕੇ ਅਗਲੇ ਨੇ ਦੇਗ ਤਿਆਰ ਕੀਤੀ ਹੋਈ ਹੈ। ਸੋ ਇਸ ਲਈ ਚੰਗੇ ਭਲੇ ਸਨ ਉਹ, ਜਿਹਨੇ ਕਈ ਕਿਲੋਮੀਟਰ ਰੋਜ਼ ਤੁਰਨਾ ਆਪੇ ਚੰਗੇ ਭਲੇ, ਨਾਲੇ ਤੇਲ ਦੀ ਬੱਚਤ, ਨਾਲੇ ਕੋਈ ਪੈਸੇ ਦੀ ਬੱਚਤ। ਸੋ ਕੋਸ਼ਿਸ਼ ਕਰਨੀ ਚਾਹੀਦੀ, ਐਵੇਂ ਨਹੀਂ ਕਿ 2-4 ਮਿੰਟਾਂ ਲਈ ਬਾਜ਼ਾਰ ਜਾਣਾ ਅਤੇ ਜਿਹੜੇ ਸਕੂਟਰਾਂ 'ਤੇ ਭੱਜੇ ਫਿਰੋ ਜੀ। ਇਹ ਸਰੀਰ ਤੋਂ ਵੀ ਕੰਮ ਲਓ। ਸੋ ਗੁਰੂ ਮਹਾਰਾਜ ਕਹਿੰਦੇ ਮੋਨੀ ਮੋਣ ਧਾਰੀ, ਜਿਹੜਾ ਮੋਨੀ ਹੈ ਉਹ ਚੁੱਪ ਕਰਕੇ ਬੈਠਾ। ਸੰਨਿਆਸੀ ਬ੍ਰਹਮਚਾਰੀ, ਸੰਨਿਆਸੀ ਆਪਣਾ ਸੰਨਿਆਸ 'ਚ ਬੈਠਾ। ਬ੍ਰਹਮਚਾਰੀ ਸਮਝਦਾ ਮੈਂ ਬ੍ਰਹਮਚਾਰੀ ਹਾਂ, ਮੇਰਾ ਚਾਲ ਚੱਲਣ ਉੱਚਾ ਹੈ ਜੀ, ਉਹਨੂੰ ਇਸੇ ਗੱਲ ਦਾ ਹੀ ਮਾਣ ਹੈ। ਸੰਨਿਆਸੀ ਨੂੰ ਇਸ ਗੱਲ ਦਾ ਮਾਣ ਹੈ ਵੀ ਮੈਂ ਤਾਂ ਘਰ-ਬਾਰ ਛੱਡਿਆ, ਮੈਂ ਤਾਂ ਸੰਨਿਆਸ ਲਿਆ ਹੋਇਆ ਜੀ। ਉਦਾਸੀ ਉਦਾਸ ਰਹਤਾ, ਇੱਥੇ ਉਦਾਸੀ ਤੋਂ ਮਤਲਬ ਜਿਵੇਂ ਆਪਾਂ ਉਦਾਸ ਹੈ ਭਾਵ ਨਹੀਂ, ਕਈ ਜਿਹੜੇ ਪਰਿਵਾਰ ਤੋਂ ਉਦਾਸ ਹੋ ਜਾਂਦੇ, ਉਪਰਾਮ ਹੋ ਜਾਂਦੇ ਹਨ, ਉਹ ਘਰ-ਬਾਰ ਛੱਡ ਕੇ ਬਾਹਰ ਚਲੇ ਜਾਂਦੇ ਹਨ ਅਤੇ ਆਪਣੇ ਆਪ ਨੂੰ ਕਹਿਲਾਉਂਦੇ ਅਸੀਂ ਉਦਾਸੀ ਹਾਂ। ਗੁਰੂ ਨਾਨਕ ਦੇਵ ਜੀ ਕਹਿੰਦੇ ਜਿੰਨਾ ਚਿਰ ਤੁਹਾਡੇ ਅੰਦਰ ਮੋਹ ਨਹੀਂ ਖਤਮ ਹੁੰਦਾ, ਤੁਸੀਂ ਕੋਈ ਉਦਾਸੀ ਨਹੀਂ ਹੈਗੀ। ਘਰ-ਬਾਰ ਛੱਡਣ ਨਾਲ ਕੋਈ ਸਮੱਸਿਆ ਹੱਲ ਨਹੀਂ ਹੁੰਦੀ। ਜਿੰਨਾ ਚਿਰ ਅੰਦਰੋਂ ਮੋਹ ਨਹੀਂ ਖਤਮ ਹੁੰਦਾ, ਚਾਹੇ ਘਰ 'ਚ ਰਹੋ ਅਤੇ ਚਾਹੇ ਬਾਹਰ ਰਹੋ, ਤੁਹਾਨੂੰ ਰੱਬ ਦੀ ਪ੍ਰਾਪਤੀ ਨਹੀਂ ਹੋਵੇਗੀ। ਇਹ ਮੋਹ ਖਤਮ ਕਰਨਾ। ਮੋਹ ਦਾ ਮਤਲਬ ਹੈ ਕੋਈ ਵੀ ਐਸਾ ਕੰਮ ਨਹੀਂ ਕਰਨਾ ਜਿਹੜਾ ਹੈ ਗੁਰਬਾਣੀ ਦੇ ਵਿਰੁੱਧ ਹੋਵੇ, ਉਹ ਬਸ ਤੁਸੀਂ ਮਤਲਬ ਹੁਣ ਮੋਹ 'ਚ ਨਹੀਂ। ਤੁਹਾਡੇ ਬੱਚੇ ਨੇ ਚੋਰੀ ਕਰ ਲਈ ਹੈ, ਤੁਸੀਂ ਥਾਣੇ ਭੱਜੇ ਜਾਂਦੇ ਉਹਨੂੰ ਛਡਾਉਣ ਲਈ, ਇਹਦੇ ਵਿੱਚ ਤੁਸੀਂ ਮੋਹ 'ਚ ਹੋ। ਜਿੰਨੀ ਮਰਜ਼ੀ ਭਜਨ ਬੰਦਗੀ ਕਹੇ ਜਾਓ, ਅਜੇ ਰੱਬ ਦੀ ਪ੍ਰਾਪਤੀ ਨਹੀਂ ਹੋਵੇਗੀ, ਕਿਉਂਕਿ ਮਨੁੱਖ ਮੋਹ ਤੋਂ ਉੱਪਰ ਹੀ ਨਹੀਂ ਹੋਇਆ। ਦੂਜਾ ਬੱਚਾ ਸਾਡੇ ਘਰ ਚੋਰੀ ਕਰੇ ਤਾਂ ਸਾਡਾ ਜੀ ਕਹਿੰਦੇ ਕੁੱਟ-ਕੁੱਟ ਕੇ ਮਾਰ ਦਈਏ। ਆਪਣਾ ਬੱਚਾ ਚੋਰੀ ਕਰਦਾ ਫੜਿਆ ਜਦੋਂ ਭੱਜੇ ਜਾਂਦੇ ਜੀ, ਨਾ ਜੀ ਮਾਰੋ ਨਾ ਜੀ, ਫਿਰ ਨਹੀਂ ਕਰੇਗਾ ਜੀ, ਮਾਫ਼ ਕਰ ਦਿਓ ਜੀ, ਇਹਨੂੰ ਕਹਿੰਦੇ ਮੋਹ। ਜਿੰਨਾ ਚਿਰ ਇਹ ਨਹੀਂ ਟੁੱਟਦਾ ਉਨਾ ਚਿਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਚਾਹੇ ਘਰ 'ਚ ਬੈਠੇ ਰਹੋ ਅਤੇ ਚਾਹੇ ਬਾਹਰ ਚਲੇ ਜਾਓ। ਸੋ ਗੱਲ ਤਾਂ ਰੁਕਾਵਟ ਤਾਂ ਸਾਰੀ ਸਭ ਤੋਂ ਵੱਡੀ ਮੋਹ ਦੀ ਹੈ। ਸੋ ਉਦਾਸੀ ਹੈ, ਉਹ ਉਦਾਸ ਰਹਿੰਦਾ, ਉਹ 'ਚ ਲੱਗਿਆ ਹੋਇਆ ਹੈ। ਭਾਵ ਕਹਿੰਦਾ ਮੇਰਾ ਤਾਂ ਜੀ ਮੋਹ ਨਹੀਂ ਹੈ ਪਰਮਾਤਮਾ ਪਰਿਵਾਰ ਨਾਲ ਜੀ। ਭਗਤ ਨਵੇਂ ਪ੍ਰਕਾਰ, ਕਹਿੰਦੇ ਭਗਤੀ 9 ਪ੍ਰਕਾਰ ਦੀ ਹੁੰਦੀ। ਨਵੇਂ ਮੈਨੇ ਇੱਥੇ ਭਾਵੇਂ 9, ਭਗਤੀ 9 ਪ੍ਰਕਾਰ ਦੀ ਹੁੰਦੀ। ਕੋਈ ਕਿਹੋ ਜਿਹੀ ਕਰ ਰਿਹਾ, ਕੋਈ ਕਿਸ ਪ੍ਰਕਾਰ ਦੀ ਭਗਤੀ ਕਰ ਰਿਹਾ। ਘਰੋਂ ਗੁਰੂ ਵੱਲ ਨੂੰ ਤੁਰਨਾ, ਇਹ ਵੀ ਇੱਕ ਭਗਤੀ ਹੈ। ਗੁਰੂ ਨੂੰ ਆ ਕੇ ਮੱਥਾ ਟੇਕਣਾ, ਇਹ ਵੀ ਭਗਤੀ ਹੈ। ਗੁਰੂ ਦੇ ਅੱਗੇ ਕੋਈ ਫੁੱਲ, ਕੋਈ ਹਾਰ, ਕੋਈ ਪੈਸਾ ਭੇਟਾ ਕਰਨਾ, ਇਹ ਵੀ ਭਗਤੀ ਹੈ। ਗੁਰੂ ਦੀ ਗੱਲ ਸੁਣਨਾ, ਇਹ ਵੀ ਭਗਤੀ ਹੈ। ਸਿਮਰਨ ਕਰਨਾ, ਇਹ ਵੀ ਭਗਤੀ ਹੈ। ਕੀਰਤਨ ਕਰਨਾ, ਸੁਣਨਾ, ਇਹ ਵੀ ਭਗਤੀ ਹੈ। ਕਥਾ ਕਰਨਾ, ਸੁਣਨਾ, ਇਹ ਵੀ ਭਗਤੀ ਹੈ। ਸੋ ਭਗਤੀ 9 ਪ੍ਰਕਾਰ ਦੀ ਗਿਣੀ ਗਈ ਹੈ। ਪੰਡਤ ਵੇਦ ਪੁਕਾਰਾ, ਜਿਹੜੇ ਪੰਡਤ ਨੇ ਉਹ ਉੱਚੀ ਉੱਚੀ ਵੇਦ ਪੜ੍ਹਦੇ ਰਹਿੰਦੇ ਨੇ, ਉਹ ਈਸੇ ਨੂੰ ਹੀ ਭਗਤੀ ਸਮਝ ਰਹੇ ਨੇ। ਗ੍ਰਸਤੀ, ਖਿਆਲ ਕਰਨਾ ਇਹਨੂੰ ਗਿਰਸਤੀ ਨਹੀਂ ਪੜ੍ਹਦੇ ਨਾ, ਇਹ ਗਿਰਸਤੀ ਗਿਰਸਤ ਧਰਮਾਤਾ ਨਹੀਂ ਪੜ੍ਹਨਾ, ਗ੍ਰਸਤੀ ਪੜ੍ਹਨਾ। ਇਸਨੂੰ ਗੱਗੇ ਦੇ ਪੈਰ 'ਚ ਰਾਰਾ ਲਾ ਕੇ ਪੜ੍ਹਨਾ। ਗ੍ਰਸਤੀ ਗ੍ਰਸਤ ਧਰਮਾਤਾ, ਧਰਮਾਤਾ ਦਾ ਧਰਮ ਦੇ ਵਿੱਚ ਮਸਤ ਹੋਣਾ। ਜਿਹੜਾ ਗ੍ਰਸਤੀ ਹੈ, ਪਰਿਵਾਰ ਵਾਲਾ ਹੈ, ਉਹ ਆਪਣੇ ਪਰਿਵਾਰਕ ਧਰਮ 'ਚ ਹੀ ਮਸਤ ਹੈ।
ਗ੍ਰਸਤੀ ਉਹ ਗ੍ਰਸਤ ਦੇ ਵਿੱਚ ਹੀ ਬਸਤ ਹੈ। ਇੱਕ ਸ਼ਬਦੀ ਬਹੁਤ ਰੂਪ ਅਵਧੂਤ, ਕਈ ਇੱਕ ਸ਼ਬਦ ਉਚਾਰਨ ਅਲੱਖ 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 ਕਰਦੇ ਰਹਿੰਦੇ ਹਨ, ਉਹ ਇੱਕ ਸ਼ਬਦੀ ਨੇ। ਬਹੁ ਰੂਪ, ਕਈ ਬਹੁ ਰੂਪੀਏ ਨੇ। ਤੁਸੀਂ ਕਈ ਵਾਰੀ ਬਾਜ਼ਾਰਾਂ ਦੇਖੋ, ਕਿਸੇ ਬੰਦੇ ਨੇ ਹਨੂੰਮਾਨ ਦੀ ਪੂਛ ਲਾਈ ਹੋਈ ਆਪਣੇ ਲੱਕ ਦੇ ਪਿਛਲੇ ਪਾਸੇ, ਮੂੰਹ 'ਤੇ ਹਨੂੰਮਾਨ ਦੇ ਜਿਹੜਾ ਮੁਖੌਟਾ ਪਾਇਆ ਹੋਇਆ ਹੈ, ਹਨੂੰਮਾਨ ਬਣਿਆ ਹੋਇਆ ਹੈ, ਅਤੇ ਕਰਦਾ ਕੀ ਹੈ, ਦੁਕਾਨਾਂ ਜਾ ਕੇ ਮੰਗ ਰਿਹਾ ਹੈ। ਵੀ ਭਲਿਓ ਮਾਨਸੋ, ਲੋਕ ਤਾਂ ਹਨੂੰਮਾਨ ਤੋਂ ਮੰਗਦੇ ਨੇ ਅਤੇ ਹਨੂੰਮਾਨ ਲੋਕਾਂ ਤੋਂ ਮੰਗ ਰਿਹਾ ਹੈ ਨਾ, ਅਜੀਬ ਗੱਲ। ਲੋਕ ਤਾਂ ਹਨੂੰਮਾਨ ਦੇ ਮੰਦਰਾਂ ਜਾ ਕੇ ਮੱਥੇ ਟੇਕਦੇ, ਅਤੇ ਤੁਸੀਂ ਹਨੂੰਮਾਨ ਬਣ ਕੇ ਦੁਕਾਨਾਂ ਜਾ ਕੇ ਮੰਗਦੇ ਫਿਰਦੇ ਹੋ। ਇਹ ਫਿਰ ਬੇਇੱਜ਼ਤੀ ਨਹੀਂ ਆਪਣੇ ਵੱਡੇ ਵਡੇਰੇ ਦੀ? ਮੈਂ ਗੁਰੂ ਨਾਨਕ ਦੇਵ ਦੇ ਰੂਪ ਧਾਰ ਕੇ ਮੰਗਦਾ ਫਿਰਾਂ ਦੁਕਾਨਾਂ 'ਤੇ, ਫਿਰ ਬੇਇੱਜ਼ਤੀ ਹੋਈ ਨਾ ਆਪਣੇ ਗੁਰੂ ਦੀ। ਇੱਕ ਸੋਚਦੇ ਹੀ ਨਹੀਂ ਇਹ ਲੋਕ ਵੀ ਇੱਕ ਪਾਸੇ ਤਾਂ ਅਸੀਂ ਹਨੂੰਮਾਨ ਦੀ ਪੂਜਾ ਕਰਦੇ, ਦੂਜੇ ਪਾਸੇ ਅਸੀਂ ਹਨੂੰਮਾਨ ਦਾ ਰੂਪ ਧਾਰ ਕੇ ਦੁਕਾਨ ਤੋਂ, ਮੈਂ ਦੇਖੇ ਕਈ ਵਾਰੀ ਜਦੋਂ ਮੌਸਮ ਜੋ ਆਉਂਦਾ ਨਾ, ਹਨੂੰਮਾਨ ਦਾ ਬਣਾਇਆ ਹੁੰਦਾ, ਪੂਛ ਮਗਰ ਲਾਈ ਹੋਈ ਹੈ, ਮੂੰਹ 'ਤੇ ਮੁਖੱਟਾ ਪਿਆ, ਦੁਕਾਨਾਂ 'ਤੇ ਜਾ ਰਹੇ ਨੇ। ਸੋ ਕਦੇ ਬਹੁ ਰੂਪੀਏ ਨੇ, ਕਈ ਬਹੁ ਰੂਪੀਏ ਨੇ ਅਵਧੂਤਾ, ਕਈ ਨਾਗੇ ਸਾਧੂ ਨੇ। ਕਾਪੜੀ, ਕਈ ਇੱਕੋ ਪ੍ਰਕਾਰ ਦਾ ਹੀ ਕੱਪੜਾ ਪਾਉਂਦੇ ਨੇ, ਇੱਕੋ ਕੱਪੜੇ ਨਾਲ ਆਪਣਾ ਸਰੀਰ ਢੱਕਦੇ, ਤਨ ਢੱਕਦੇ। ਕੌਤੇ, ਕੌਤੇ ਹੁੰਦਾ ਸਾਂਗ ਉਤਾਰਨ ਵਾਲੇ, ਵੀ ਕਈ ਪ੍ਰਕਾਰ ਦੇ ਸਾਂਗ ਉਤਾਰਦੇ ਨੇ। ਜਾਗੂਤਾ, ਕਈ ਜਾਗਦੇ ਹੀ ਰਹਿੰਦੇ ਨੇ, ਸੌਂਦੇ ਹੀ ਨਹੀਂ ਹੈਗੇ। ਕਈ ਲੋਕਾਂ ਨੂੰ ਮੈਂ ਦੇਖਿਆ, ਉਹ ਇੱਕ ਲੱਤ 'ਤੇ ਹੀ ਖੜ੍ਹੇ ਰਹਿੰਦੇ ਨੇ, ਉਹ ਇੱਕ ਲੱਤ ਉਹਨਾਂ ਦੀ ਸੁੱਜ ਗਈ ਹੈ, ਖੂਨ ਹੇਠਾਂ ਉਤਰ ਕੇ ਦੂਜੀ ਸੁੱਕ ਗਈ ਹੈ। ਇਹ ਮੰਗਣ ਦੇ ਇੱਕ ਢੰਗ ਬਣਾਏ ਹੋਏ ਹਨ, ਕੋਈ ਗਾਈਡ ਕਰਨ ਵਾਲਾ ਹੀ ਨਹੀਂ ਉਹਨਾਂ ਨੂੰ ਕਿ ਇਸ ਤਰ੍ਹਾਂ ਇਹਨਾਂ ਕੰਮਾਂ ਨਾਲ ਰੱਬ ਨਹੀਂ ਮਿਲਦਾ ਹੈਗਾ, ਇਹਨਾਂ ਕੰਮਾਂ ਨਾਲ ਰੱਬ ਨਹੀਂ ਮਿਲਦਾ। ਇੱਕ ਤੀਰਥ ਨਹਾਤਾ, ਕਈ ਤੀਰਥਾਂ 'ਤੇ ਜਾ ਕੇ ਨਹਾਈ ਜਾਂਦੇ ਨੇ, ਇੱਕ ਕੱਕੇ ਰਸੈਰੀ ਲੱਗਣ ਕੇ ਬਹੁਵਚਨ, ਕਈ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਦੇ ਰਹਿੰਦੇ ਨੇ। ਨਿਰਹਾਰ ਵਰਤੀ ਅਪਰਸ, ਨਿਰਹਾਰ ਦਾ ਮਤਲਬ ਨਿਰ ਆਹਾਰ, ਕਈ ਭੋਜਨ ਨਹੀਂ ਖਾਂਦੇ, ਵਰਤ ਰੱਖਦੇ ਨੇ। ਅਪਰਸ, ਕਈ ਕਿਸੇ ਧਾਤੂ ਨੂੰ ਨਹੀਂ ਛੂੰਹਦੇ, ਕਿਸੇ ਲੋਹੇ ਚਾਂਦੀ ਸੋਨੇ ਤਾਂਬੇ ਨੂੰ ਹੱਥ ਨਹੀਂ ਲਾਉਂਦੇ। ਜਿਵੇਂ ਪ੍ਰੇਮ ਨਗਰ 'ਚ ਕਿਸੇ ਦੇ ਘਰ ਪ੍ਰੋਗਰਾਮ ਸੀ ਆਪਣੇ ਸਤਸੰਗੀ ਦੇ, ਉੱਥੇ ਇੱਕ ਮਹਾਤਮਾ ਆਏ ਹੋਏ ਸਨ, ਯੰਗ ਏਜ ਹੀ ਸੀ। ਚਲੋ ਗੱਲਾਂ ਬਾਤਾਂ ਤਾਂ ਅੱਛੀਆਂ ਕੀਤੀਆਂ, ਫਿਰ ਬੈਠੇ, ਅਸੀਂ ਦੋਨੋਂ ਲੰਗਰ ਛਕ ਰਹੇ ਹਾਂ। ਉਹਨਾਂ ਆਪਣਾ ਲੱਕੜੀ ਦੀ ਥਾਲੀ ਕੱਢੀ, ਲੱਕੜੀ ਦੀ ਕੌਲੀ ਕੱਢੀ, ਲੱਕੜੀ ਦਾ ਚਮਚਾ ਕੱਢਿਆ, ਕਹਿੰਦੇ ਜੀ ਇਸ 'ਚ ਪਾ ਦਿਓ ਦਾਲ ਸਬਜ਼ੀ, ਉਹ ਲੱਕੜੀ ਦੀ ਕੌਲੀ 'ਚ ਪਵਾ ਲਈ, ਰੋਟੀ ਥਾਲੀ 'ਚ ਰਖਾ ਲਈ, ਲੱਕੜੀ ਦੇ ਚਮਚੇ ਨਾਲ ਖਾ ਰਹੇ ਨੇ। ਚਲੋ ਆਪਾਂ ਦੂਜੇ ਆਮ ਖਾਂਦੇ। ਬਾਅਦ 'ਚ ਮੈਂ ਪੁੱਛਿਆ ਵੀ ਮਹਾਤਮਾ ਜੀ, ਇਹ ਤੁਸੀਂ ਇਹ ਲੱਕੜੀ 'ਚ ਕਿਉਂ ਖਾਂਦੇ ਹੋ ਜੀ? ਕਹਿੰਦੇ ਜੀ ਅਸੀਂ ਅਪਰਸ ਹੁੰਦੇ ਹਾਂ ਜੀ, ਅਸੀਂ ਕਿਸੇ ਧਾਤ ਨੂੰ ਹੱਥ ਨਹੀਂ ਲਾਉਂਦੇ। ਮੈਂ ਅੱਛਾ, ਮੈਂ ਇਹ ਜਿਹੜਾ ਤੁਹਾਡਾ ਭੋਜਨ ਬਣੇ, ਇਹ ਤਾਂ ਧਾਤ 'ਚ ਬਣੇ, ਇਹ ਤਾਂ ਪਤੀਲੇ 'ਚ ਬਣੇ, ਇਹ ਤਾਂ ਲੋਹੇ ਦੇ ਤਵੇ 'ਤੇ ਬਣਿਆ ਹੈਗਾ, ਇਹਦੇ ਵਿੱਚ ਪਿੱਤਲ ਦੀ ਕੜਛੀ ਫਿਰੀ ਹੋਈ ਹੈ। ਜੇ ਤੁਸੀਂ ਉਹ ਭੋਜਨ ਬਣਿਆ ਹੋਇਆ ਖਾਂਦੇ ਹੋ, ਤੁਹਾਡੇ ਭਾਂਡਿਆਂ ਨੂੰ ਕੀ ਫਰਕ ਪਏਗਾ? ਲੱਕੜੀ ਦੇ ਭਾਂਡੇ 'ਚ ਪਾ ਕੇ ਖਾਣ ਨਾਲ ਕੀ ਫਰਕ ਪਏਗਾ? ਕਹਿੰਦੇ ਬਾਬਾ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਇਹ 'ਚ ਕੋਈ ਸ਼ੱਕ ਨਹੀਂ ਹੈ, ਮੈਂ ਇਸ ਗੱਲ ਨੂੰ ਮੰਨਦਾ, ਪਰ ਸਮੱਸਿਆ ਤਾਂ ਹੈ ਜਿਹਨੂੰ ਮੈਂ ਗੁਰੂ ਧਾਰਨ ਕੀਤਾ ਉਹ ਕਹਿੰਦੇ ਲੱਕੜੀ ਦੇ ਭਾਂਡੇ 'ਚ ਖਾਣਾ। ਜਿਵੇਂ ਤੁਹਾਡਾ ਗੁਰੂ ਕਹਿੰਦਾ ਤੁਸੀਂ ਉਵੇਂ ਮੰਨੋਗੇ ਤਾਂ ਹੀ ਗੁਰੂ ਦੀ ਖੁਸ਼ੀ ਹੈ ਨਾ। ਕਹਿੰਦੇ ਮੇਰੀ ਆਹ ਸਮੱਸਿਆ ਜੀ। ਕਹਿੰਦੇ ਹਾਲਾਂਕਿ ਪੜ੍ਹਿਆ ਲਿਖਿਆ, ਮੈਨੂੰ ਇਸ ਗੱਲ ਦਾ ਪਤਾ ਹੈ ਵੀ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਹੁਣ ਮੈਂ ਜਿਹਨੂੰ ਧਾਰਨ ਕੀਤਾ ਉਹ ਅਪਰਸ ਹੈ। ਉਹ ਕਹਿੰਦੇ ਕਿਸੇ ਧਾਤ ਨੂੰ ਹੱਥ ਨਹੀਂ ਲਾਉਣਾ, ਇਸ ਲਈ ਜੀ ਮਜਬੂਰੀ ਹੈ।
ਇਹ ਮਨੁੱਖ ਮਜਬੂਰੀਆਂ 'ਚ ਹੀ ਫਸਿਆ ਹੋਇਆ ਹੈ। ਫਿਰ ਮੈਂ ਕਿਹਾ ਠੀਕ ਹੈ ਵੀ ਇਹਦਾ ਕੀ ਕਸੂਰ ਹੈ। ਜਿਵੇਂ ਜੇ ਕਿਸੇ ਦੇ ਗੁਰੂ ਨੇ ਕਿਹਾ ਰੋਣ ਮੋਹਣ ਹੋਣੇ, ਉਹਨੂੰ ਰੋਣ ਮੋਹਣ ਹੋਣਾ ਪੈਣਾ। ਜਿਹਦੇ ਗੁਰੂ ਨੇ ਕਿਹਾ ਕਿੱਸਾ ਧਾਰੀ ਹੋਣੇ, ਉਹਨੂੰ ਹੋਣਾ ਪੈਣਾ, ਉਹਨੂੰ ਹੋਣਾ ਪੈਣਾ। ਸਾਡੇ ਗੁਰੂ ਨੇ ਕਿਹਾ ਪੰਜ ਕਕਾਰੀ ਹੋਣੇ ਬਸ, ਨਹੀਂ ਹੋਵਾਂਗੇ ਤਾਂ ਗੁਰੂ ਦੀ ਖੁਸ਼ੀ ਨਹੀਂ। ਕਿਹਦਾ ਗੁਰੂ ਕਹਿੰਦਾ ਹਾਂ ਸਿਰ ਐਨ ਉਸ ਤਰ੍ਹਾਂ ਨਾਲ ਬਣਾ ਕੇ ਰੱਖਣੇ, ਟਿੰਡ ਕੱਢ ਕੇ ਰੱਖਣੀ, ਉਹਨੇ ਰੱਖਣੀ ਹੈ, ਉਹਨੇ ਰੱਖਣੀ। ਮੈਂ ਕਈ ਵਾਰੀ ਸੋਚਦਾ ਵੀ ਇਹ ਧਰਮਾਂ ਨੇ ਵੀ ਮਨੁੱਖ ਨੂੰ ਵਕਤ ਪਾ ਰੱਖਿਆ ਹੈ। ਐਕਚੁਅਲੀ ਸਾਰੇ ਸੰਸਾਰ ਦਾ ਧਰਮ ਤਾਂ ਇੱਕੋ ਹੀ ਹੈ, ਪਰਮਾਤਮਾ ਦਾ ਨਾਮ ਜਪਣਾ। ਸਾਰੇ ਸੰਸਾਰ ਇੱਕੋ, ਇਹਦੇ ਮਜ਼ਹਬ ਨੇ। ਜਿਹੋ ਜਿਹਾ ਕਿਸੇ ਗੁਰੂ ਨੇ ਕਿਹਾ ਉਹਨੇ ਉਹੋ ਜਿਹੀ ਬਾਹਰਲੀ ਸ਼ਕਲ ਧਾਰਨ ਕਰ ਲਈ। ਇਹ ਮਜ਼ਹਬਾਂ ਦੇ ਵਖਰੇਵੇਂ ਹੋਣ ਕਰਕੇ ਹੀ ਲੜਾਈ ਝਗੜੇ ਹੁੰਦੇ ਨੇ। ਸੰਸਾਰ 'ਚ ਜਿੰਨੇ ਲੜਾਈ ਝਗੜੇ ਹੋਏ ਨੇ ਧਰਮ ਕਾਰਨ ਨਹੀਂ ਹੋਏ, ਇਹ ਮਜ਼ਹਬਾਂ ਕਾਰਨ ਹੋਏ ਹਨ। ਜੇ ਮੰਨ ਲਓ ਮੇਰੇ ਕੋਲ ਰਾਜ ਆ ਗਿਆ ਹੈ ਅਤੇ ਮੇਰੀ ਇੱਛਾ ਹੁੰਦੀ ਵੀ ਸਾਰੇ ਅੰਮ੍ਰਿਤਧਾਰੀ ਹੋਣ ਜੀ, ਨਹੀਂ ਹੁੰਦੇ ਫਿਰ ਮੈਂ ਉਹਨਾਂ 'ਤੇ ਜ਼ੁਲਮ ਕਰਾਂਗਾ, ਜ਼ੁਲਮ ਕਰਾਂਗਾ। ਇਸ ਕਰਕੇ ਇਹ ਹੋਏ। ਹੁਣ ਹਿਟਲਰ ਸੀ, ਉਹ ਯਹੂਦੀ ਸੀ ਨਾ, ਸੌਰੀ ਉਹ ਅੰਗਰੇਜ਼ ਸੀ, ਉਹਦੇ ਦੇਸ਼ ਯਹੂਦੀ ਸਨ। 2000 ਸਾਲ ਪਹਿਲਾਂ ਯਹੂਦੀਆਂ ਨੇ ਈਸਾ ਮਸੀਹ ਨੂੰ ਸੂਲੀ 'ਤੇ ਚੜ੍ਹਾਤਾ। ਉਸ ਵੇਲੇ ਜਿਵੇਂ ਜਹਾਂਗੀਰ ਨੇ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ 'ਤੇ ਬਿਠਾਤਾ, ਉਹ ਤਾਂ ਹੁਣ ਜਹਾਂਗੀਰ ਨੇ ਬਿਠਾਇਆ। ਅੱਜ ਦੇ ਮੁਸਲਮਾਨਾਂ ਦਾ ਤਾਂ ਕੋਈ ਕਸੂਰ ਨਹੀਂ ਨਾ। ਮੇਰੇ ਕੋਲ ਆ ਜੇ ਰਾਜ ਅਤੇ ਮੈਂ ਮੁਸਲਮਾਨ ਤੰਗ ਕਰ ਲਿਆ ਵੀ ਤੁਸੀਂ ਸਾਡੇ ਗੁਰੂ ਨੂੰ ਤੱਤੀ ਤਵੀ 'ਤੇ ਬਿਠਾਇਆ, ਵੀ ਹੁਣ ਦਿਆਂ ਦਾ ਕੀ ਕਸੂਰ ਹੈ। ਈਸਾ ਮਸੀਹ ਨੂੰ ਤਾਂ 2000 ਸਾਲ ਹੋ ਗਏ। ਤਾਂ ਹਿਟਲਰ ਨੇ ਕੀ ਕੀਤਾ, 30 ਲੱਖ, ਇੱਕ ਦਾ ਨਹੀਂ, ਆਪਣੇ ਰਾਜ ਦੇ ਦੌਰਾਨ ਨੇ 30 ਲੱਖ ਯਹੂਦੀ ਕਤਲ ਕਰਤੇ। ਕਹਿੰਦਾ ਮੈਂ ਇੱਕ ਨਹੀਂ ਰਹਿਣ ਦੇਣਾ। ਜਿਵੇਂ ਕੋਈ ਸਰਕਾਰ ਫੈਸਲਾ ਕਰ ਲਈ, ਇੱਕ ਵੀ ਸਰਦਾਰ ਨਹੀਂ ਅਸੀਂ ਰਹਿਣ ਦੇਣਾ। ਜਿਵੇਂ ਪੁਰਾਣੇ ਜ਼ਮਾਨੇ 'ਚ ਸੀ, ਮੁਸਲਮਾਨ ਦਾ ਰਾਜ ਸੀ, ਉਹ ਕਹਿੰਦੇ ਖੁਰਾ ਖੋਜ ਮਿਟਾ ਦਿਓ ਸਿੱਖਾਂ ਦਾ, ਇੱਕ ਨਹੀਂ ਰਹਿਣ ਦੇਣਾ। ਕੋਈ ਵਿਚਾਰਾ ਪਹਾੜਾਂ ਨੂੰ ਚਲਿਆ ਗਿਆ ਉਦੋਂ, ਅਤੇ ਕੋਈ ਜੰਗਲਾਂ ਚਲਿਆ ਗਿਆ, ਅਤੇ ਕੋਈ ਰਾਜਸਥਾਨ ਦੇ ਟਿੱਬਿਆਂ 'ਚ ਚਲਿਆ ਗਿਆ। ਇਸ ਤਰ੍ਹਾਂ ਇਹ ਮਜ਼ਹਬਾਂ ਕਾਰਨ ਹੈ। ਧਰਮ ਤਾਂ ਨਾਮ ਜਪਣਾ ਹੈ ਅਤੇ ਪਰਮਾਤਮਾ ਦੀ ਪ੍ਰਾਪਤੀ ਕਰਨੀ, ਅਤੇ ਉਹ ਸਾਰੇ ਧਰਮਾਂ ਦਾ ਉਦੇਸ਼ ਇਹੀ ਹੈ। ਧਰਮ ਸਾਰੇ ਸੰਸਾਰ ਦਾ ਇੱਕੋ ਹੀ ਹੁੰਦਾ ਹੈ। ਹਾਂ, ਮਜ਼ਹਬ ਅੱਡ ਅੱਡ ਨੇ। ਮਜ਼ਹਬ ਤੋਂ ਦੇਖ ਕੇ ਪਤਾ ਲੱਗਦਾ ਹੈ ਇਹ ਜਿਹੜਾ ਹੈ ਇਹ ਆਪਣਾ ਬੋਧੀ ਹੈ, ਇਹ ਜੈਨੀ ਹੈ, ਇਹ ਹਿੰਦੂ ਹੈ, ਇਹ ਸਿੱਖ ਹੈ, ਇਹ ਮੁਸਲਮਾਨ ਹੈ, ਇਹ ਈਸਾਈ ਹੈ। ਬਾਹਰਲੇ ਪਹਿਰਾਵੇ ਨੂੰ ਵੇਖ ਕੇ ਪਤਾ ਲੱਗਦਾ ਹੈ। ਅਤੇ ਮਨੁੱਖ ਦੀ ਬਦਕਿਸਮਤੀ ਇਹ ਹੈ ਕਿ ਉਹ ਚਾਹੁੰਦਾ ਜਿਹੋ ਜਿਹਾ ਮੈਂ ਦੂਜੇ ਵੀ ਉਹੋ ਜਿਹੇ ਹੋਣ। ਇਹ ਸਮੱਸਿਆ। ਘਰ ਵਾਲੀ ਕਹਿੰਦੀ ਹੈ ਘਰ ਵਾਲਾ ਮੇਰੇ ਵਰਗਾ ਹੋਵੇ, ਘਰ ਵਾਲਾ ਕਹਿੰਦਾ ਘਰ ਵਾਲੀ ਮੇਰੇ ਵਰਗੀ ਹੋਵੇ, ਦੋਨੋਂ ਹੀ ਮੂਰਖ ਨੇ। ਧਰਮ ਕਹਿੰਦਾ ਕੋਈ ਨਾ ਕਿਸੇ ਹੀ ਜਿਹਾ। ਪਰਮਾਤਮਾ ਨੇ ਦੋ ਇੱਕੋ ਜਿਹੇ ਪੈਦਾ ਹੀ ਨਹੀਂ ਕੀਤੇ, ਫਿਰ ਇੱਕੋ ਜਿਹੇ ਕਿਵੇਂ ਹੋ ਜਾਣਗੇ ਵੀ? ਇਹ ਤਾਂ ਸਿਆਣਪ ਹੈ ਵੀ ਬੰਦਾ ਕੁਝ ਘਰ ਵਾਲੇ ਦੇ ਅਨੁਸਾਰ ਹੋ ਜਾਏ ਅਤੇ ਘਰ ਵਾਲੇ ਕੁਝ ਬੰਦੇ ਦੇ ਅਨੁਸਾਰ ਹੋ ਜਾਏ ਤਾਂ ਜੋ ਕੰਮ ਚੱਲਦਾ ਰਹੇ। ਇੱਕੋ ਜਿਹੇ ਕਦੇ ਨਹੀਂ ਹੋਇਆ ਕਰਦੇ। ਜਿਹੜਾ ਜੋੜੇ ਭਰਾ ਨਾ ਉਹਨਾਂ ਦਾ ਸੁਭਾਅ ਵੀ ਕਦੇ ਇੱਕੋ ਜਿਹਾ ਨਹੀਂ ਹੋਇਆ ਕਰਦਾ। ਠੀਕ ਹੈ, ਸ਼ਕਲ ਤਾਂ ਕਈ ਵਾਰੀ ਇੱਕੋ ਜਿਹੀ ਹੁੰਦੀ ਜੋੜਿਆਂ ਦੀ, ਸੁਭਾਅ ਨਹੀਂ ਇੱਕੋ ਜਿਹਾ ਹੋਇਆ ਕਰਦਾ ਕਦੇ ਵੀ। ਕਿਉਂ? ਕੋਈ ਕਿਸੇ ਪਰਿਵਾਰ 'ਚੋਂ ਆਇਆ ਹੁੰਦਾ, ਕੋਈ ਕਿਸੇ ਪਰਿਵਾਰ 'ਚੋਂ ਆਇਆ ਹੁੰਦਾ। ਇਹ ਸਾਡੀ ਮੂਰਖਤਾ ਹੈ। ਜਦੋਂ ਸਾਡੇ ਕੋਲ ਰਾਜ ਆਉਂਦਾ ਅਸੀਂ ਕਹਿੰਦਾ ਦੂਜੇ ਸਾਡੇ ਵਰਗੇ ਹੋ ਜਾਣ। ਮੰਨ ਲਓ ਹਿੰਦੂਆਂ ਦਾ ਰਾਜ ਆ, ਕਹਿੰਦੇ ਸਾਰੇ ਹਿੰਦੂ ਹੋਣੇ ਚਾਹੀਦੇ ਨੇ। ਮੁਸਲਮਾਨ ਦਾ ਰਾਜ ਆ, ਕਹਿੰਦੇ ਸਾਰੇ ਮੁਸਲਮਾਨ ਹੋਣੇ ਚਾਹੀਦੇ ਨੇ। ਕਿਸੇ ਸਿੱਖ ਦਾ ਆ ਗਿਆ ਤਾਂ ਉਹਦੀ ਇੱਛਾ ਦੇ ਬਹੁਤ ਸਿੱਖ ਹੋਣ ਲੋਕ ਹੁੰਦੇ। ਇਸ ਕਰਕੇ ਫਿਰ ਰਾਜ ਕੋਲ ਹੋਣ ਕਰਕੇ ਫਿਰ ਹਮੇਸ਼ਾ ਜ਼ੁਲਮ ਹੋਇਆ ਕਰਦੇ ਹਨ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਕਈ ਨਿਰਹਾਰ ਵਰਤੀ ਅਪਰਸ, ਕਈ ਆਹਾਰ ਨਹੀਂ ਖਾਂਦੇ, ਵਰਤ ਰੱਖਦੇ ਨੇ। ਅਪਰਸ ਕਿਸੇ ਧਾਤ ਨੂੰ ਛੂੰਹਦੇ ਨਹੀਂ।
ਇੱਕ ਲੋਕ ਨਾ ਦੇਵੇਂ ਦਰਸ। ਕਈ ਪਹਾੜਾਂ 'ਚ ਛੁਪੇ ਰਹਿੰਦੇ ਨੇ, ਕਿਸੇ ਨੂੰ ਦਰਸ਼ਨ ਨਹੀਂ ਦਿੰਦੇ। ਇੱਕ ਮਨ ਹੀ ਗਿਆਤਾ, ਅਤੇ ਕਈ ਮਨ 'ਚ ਕਹਿੰਦੇ ਮੈਂ ਬੜਾ ਗਿਆਨਵਾਨ ਹਾਂ। ਉਹ ਆਪਣੇ ਆਪ ਨੂੰ ਗਿਆਨਵਾਨ ਸਮਝ ਜਾਂਦੇ ਨੇ। ਘਾਟ ਨਾ ਕਿਨਹੀ ਕਹਾਇਆ, ਕੋਈ ਆਪਣੇ ਆਪ ਨੂੰ ਘੱਟ ਨਹੀਂ ਕਹਾਉਂਦਾ। ਹਰ ਇੱਕ ਕਹਿੰਦਾ ਮੈਂ ਹੀ ਵਧੀਆ, ਬਸ ਮੈਂ ਹੀ ਵਧੀਆ, ਦੂਜੇ ਤੇ ਐਵੇਂ ਨੇ। ਸਭ ਕਹਤੇ ਹੈ ਪਾਇਆ, ਸਭ ਕਹਤੇ। ਜੇ ਹੁੰਦਾ ਕਹਿਤਾ, ਫਿਰ ਪੜ੍ਹਦੇ ਹੈ। ਕਹਤੇ ਹਿੰਦੀ ਦਾ ਸ਼ਬਦ ਹੈ, ਕਹਿੰਦੇ ਹਨ, ਹੈ ਇਹਨੂੰ ਪੜ੍ਹਾਂਗੇ ਹੈ। ਸਭ ਕਹਤੇ ਹੈ ਪਾਇਆ। ਨਾ ਗਿਆਨ ਹੋਣ ਕਰਕੇ ਕਈ ਵਾਰੀ ਪਾਠੀ ਪੜ੍ਹ ਰਹੇ, ਸਭ ਕਹਤੇ ਹੈ ਪਾਇਆ। ਉਹਨੂੰ ਗਿਆਨ ਨੇ ਵੀ ਕਹਤੇ ਤਾਂ ਬਹੁਵਚਨ ਹੈ, ਕਹਤੇ ਸ਼ਬਦ ਤੇ ਬਹੁਵਚਨ ਹੈ। ਫਿਰ ਸੱਸਾ ਭੱਬੈ, ਜੇ ਭੱਬੇ ਨੂੰ ਔਂਕੜ ਹੁੰਦਾ ਫਿਰ ਸਭ ਹੋਣਾ ਸੀ ਇੱਕ ਵਚਨ। ਫਿਰ ਕਹਿੰਦਾ ਸਭ ਕਹਿਤਾ ਹੈ ਪਾਇਆ, ਫਿਰ ਆ ਹੋਣਾ ਸੀ ਵੀ ਹਰ ਇੱਕ ਕਹਿੰਦਾ ਮੈਂ ਪਾ ਲਿਆ। ਇਹ ਭੱਬੇ ਨੂੰ ਔਂਕੜ ਨਾ ਹੋਣ ਕਰਕੇ ਸਭ ਜਿਹੜਾ ਸ਼ਬਦ ਹੈ ਇੱਥੇ ਬਹੁਵਚਨ ਹੈ, ਵੀ ਸਾਰੇ ਕਹਿੰਦੇ ਹਨ ਮੈਂ ਪਰਮਾਤਮਾ ਨੂੰ ਪਾ ਲਿਆ ਹੈ। ਜਿਸ ਮੇਲੇ ਸੋ ਭਗਤ। ਅਸਲ 'ਚ ਜਿਹਨੂੰ ਪਰਮਾਤਮਾ ਆਪਣੇ ਨਾਲ ਮਿਲਾ ਲਏ ਉਹ ਅਸਲ ਭਗਤ ਹੁੰਦਾ। ਆਪਣੇ ਆਪ ਕਹਿਣ ਨਾਲ ਵੀ ਮੈਂ ਭਗਤ ਹਾਂ ਜੀ, ਇਸ ਤਰ੍ਹਾਂ ਨਹੀਂ ਕੋਈ ਭਗਤ ਬਣ ਸਕਦਾ। ਪਰਮਾਤਮਾ ਨਾਲ ਜਿੰਨਾ ਚਿਰ ਸਾਡਾ ਮੇਲ ਨਹੀਂ ਹੁੰਦਾ ਉਨਾ ਚਿਰ ਅਸੀਂ ਭਗਤ ਨਹੀਂ ਬਣ ਸਕਦੇ। ਭਗਤੀ ਤਾਂ ਕਰ ਸਕਦੇ ਹਾਂ, ਪਰ ਭਗਤ ਬੰਦਾ ਸੰਤ ਭਗਤ ਬ੍ਰਹਮ ਗਿਆਨੀ ਉਹਦੇ ਬਣਦਾ ਹੈ ਜਿੱਦੇ ਦਾ ਪਰਮਾਤਮਾ ਦਾ ਮੇਲ ਹੋ ਜਾਂਦਾ। ਸਗਲ ਉਕਤ ਉਪਾਵਾ, ਸਾਰੇ ਉੱਪਰ ਲਿਖੇ ਹੋਏ ਉਪਾਅ। ਤਿਆਗੀ ਸ਼ਰਨ ਪਾਵਾ, ਇਹ ਸਾਰੇ ਉਪਾਅ ਕਦੇ ਮੈਂ ਛੱਡਤੇ। ਸ਼ਰਨ ਪਾਵਾ, ਅਤੇ ਪਰਮਾਤਮਾ ਦੀ ਸ਼ਰਨ 'ਚ ਆ ਗਏ। ਨਾਨਕ ਗੁਰ ਚਰਨ ਪ੍ਰਤ। ਗੁਰੂ ਮਹਾਰਾਜ ਕਹਿੰਦੇ ਮੈਂ ਪਰਮਾਤਮਾ ਦੇ, ਮੈਂ ਗੁਰੂ ਦੇ ਚਰਨਾਂ 'ਤੇ ਪਰਮਾਤਮਾ ਦੇ ਚਰਨਾਂ 'ਤੇ ਆ ਕੇ ਡਿੱਗ ਪਿਆ ਹਾਂ। ਪ੍ਰਤ ਜਿਵੇਂ ਲੇਟ ਜਾਣਾ, ਚਰਨਾਂ 'ਤੇ ਆ ਕੇ ਡਿੱਗ ਪਿਆ। ਸੋ ਗੁਰੂ ਦੀ ਸ਼ਰਨ 'ਚ ਆਉਣਾ, ਗੁਰੂ ਦੇ ਆਖੇ ਲੱਗਣਾ, ਹੋਰ ਸਾਰੇ ਉਪਾਅ ਛੱਡਣਾ, ਜਿਵੇਂ ਗੁਰੂ ਕਹੇ ਉਵੇਂ ਕਰਨਾ, ਫਿਰ ਜਾ ਕੇ ਕਿਤੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਪਹਿਲੇ ਸਾਧੂਆਂ ਦੇ ਜੀਵਨ ਬੜੇ ਔਖੇ ਸਨ। ਘਰ-ਬਾਰ ਛੱਡ ਜਾਣਾ ਹੈ, ਜੰਗਲਾਂ 'ਚ ਪਹਾੜਾਂ 'ਚ ਰਹਿਣਾ ਹੈ, ਗਰਮੀ ਸਰਦੀ ਸਰੀਰਾਂ 'ਤੇ ਸਹਿਣੀ ਹੈ। ਕਿੰਨਾ ਔਖਾ ਸੀ। ਮੰਗ ਕੇ ਖਾਣਾ ਹੈ, ਲੋਕਾਂ ਅੱਗੇ ਠੂਠਾ ਫੜ ਕੇ ਹੱਥ ਅੜਦੇ ਰਹੋ ਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਤਾਂ ਜਦੋਂ ਫਿਰ ਭਗਤ ਆਏ ਇੰਡੀਆ 'ਚ, ਭਗਤੀ ਲਹਿਰ ਚੱਲੀ, ਇੱਧਰ ਗੁਰੂ ਮਹਾਰਾਜ ਆ ਗਏ, ਫਿਰ ਜਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਵੀ ਔਖੇ ਕਿਉਂ ਨੇ ਹੋ, ਆਪਣੇ ਗ੍ਰਸਤ 'ਚ ਰਹੋ, ਆਪਣਾ ਗ੍ਰਸਤ ਧਰਮ ਨਿਭਾਓ, ਦਸਾਂ ਨੂੰਹਾਂ ਦੀ ਕਿਰਤ ਕਰੋ, ਨਾਮ ਜਪੋ। ਬਸ ਆ ਜਿੰਨੇ ਸਾਡੇ ਭਗਤ ਸਨ ਸਾਰੇ ਗਰੀਬ ਸਨ, ਸਾਰੇ ਕਿਰਤੀ ਸਨ, ਆਪਣਾ ਕਿਰਤ ਕਰਦੇ ਸਨ। ਕਿਰਤ ਕਰਦਿਆਂ ਹੋਇਆਂ ਵੀ ਨਾਮ ਜਪੀ ਜਾਂਦੇ ਹੁੰਦੇ ਸਨ। ਕਿਰਤ ਕਾਰਨ ਕੋਈ ਜੁਲਾਹਿਆਂ ਦਾ ਕੰਮ ਕਰ ਰਿਹਾ, ਆਪਣੀ ਖੱਡੀ ਵੀ ਬੁਣ ਚਲਾ ਰਿਹਾ, ਆਪਣਾ ਰਾਮ ਵੀ ਕਰ ਰਿਹਾ ਹੈ। ਕੋਈ ਚਮਿਆਰ ਹੈ, ਜੁੱਤੀਆਂ ਗੰਢ ਰਿਹਾ, ਬਣਾ ਰਿਹਾ, ਆਪਣਾ ਰਾਮ ਕਰ ਰਿਹਾ ਹੈ। ਕੋਈ ਨਾਈ ਹੈ, ਉਹ ਨਾਈ ਪੁਣਾ ਕਰ ਰਿਹਾ, ਤਾਂ ਆਪਣਾ ਰਾਮ ਨਾਲ ਕਰ ਰਿਹਾ। ਕੋਈ ਕਿਸਾਨ ਆਪਣਾ ਖੇਤੀਬਾੜੀ ਕਰ ਰਿਹਾ, ਧੰਨੇ ਭਗਤ ਵਰਗੇ, ਨਾਲ ਆਪਣਾ ਰਾਮ ਕਰ ਰਹੇ ਹਨ। ਸੋ ਇਸ ਲਈ ਆਪਣੇ ਪਰਿਵਾਰਕ ਕੰਮ ਧੰਦੇ ਕਰਦੇ ਹੋਏ ਇਹਨਾਂ ਕੇ ਕੋਲ ਸਮਾਂ ਨਹੀਂ ਹੈ। ਸਮਾਂ ਬਹੁਤ ਹੈ, ਸਮਾਂ ਬਹੁਤ ਹੈ। ਹਿੰਦੁਸਤਾਨ ਦੇ ਲੋਕਾਂ ਨੂੰ ਦੋ ਚੀਜ਼ਾਂ ਵਰਤਣੀਆਂ ਨਹੀਂ ਆਉਂਦੀਆਂ। ਇੱਕ ਸਮਾਂ ਨਹੀਂ ਵਰਤਣਾ ਆਉਂਦਾ, ਇੱਕ ਪੈਸਾ ਨਹੀਂ ਵਰਤਣਾ ਆਉਂਦਾ। ਪੈਸੇ ਦੀ ਬਰਬਾਦੀ ਕਰਦੇ ਨੇ, ਸਮੇਂ ਦੀ ਬਰਬਾਦੀ ਕਰਦੇ ਨੇ। ਇਸ ਲਈ ਦਿਨੋਂ ਦਿਨ ਇਹਨੇ ਗਰੀਬ ਹੋਈ ਜਾਣੇ, ਅਮੀਰ ਨਹੀਂ ਹੋਣਾ, ਗਰੀਬ ਹੋ ਜਾਣਾ। ਦੋ ਹੀ ਚੀਜ਼ਾਂ ਸਾਂਭ ਕੇ ਰੱਖਣ ਵਾਲੀ ਨੇ, ਇੱਕ ਮਾਇਆ ਅਤੇ ਇੱਕ ਸਮਾਂ, ਅਤੇ ਇਹ ਦੋਨਾਂ ਦੀ ਬਰਬਾਦੀ ਕਰਦੇ ਨੇ। ਇਹ ਦੋਨਾਂ ਦੀ ਬਰਬਾਦੀ ਕਰਦੇ ਨੇ। ਸਮਾਂ ਹੈਗਾ ਉਹਦੀ ਗਲਤ ਵਰਤੋਂ ਕਰਦੇ ਨੇ, ਪੈਸਾ ਹੈ ਦੁਰਉਪਯੋਗ ਕਰਦੇ ਨੇ ਉਸ ਦਾ। ਹੁਣ
ਮੰਨ ਲਓ ਲਾਕਡਾਊਨ ਹੋ ਜਾਂਦਾ, ਤੁਹਾਡੀ ਲੜਕੀ ਜਾਂ ਲੜਕੇ ਦਾ ਵਿਆਹ ਤਰੀਕ ਨਿਸ਼ਚਿਤ ਹੈ, ਫਿਰ 4-5 ਬੰਦੇ ਹੀ ਲੈ ਕੇ ਜਾਓਗੇ ਨਾ। ਫਿਰ 4-5 ਬੰਦੇ ਨਾਲ ਵਿਆਹ ਹੋ ਗਿਆ ਨਾ, ਅਤੇ ਫਿਰ ਜ਼ਰੂਰੀ 400-500 ਇਕੱਠਾ ਕਰਨਾ। ਇਹ ਕਿੱਥੇ ਲਿਖਿਆ ਹੋਇਆ ਵੀ ਹਾਂਜੀ ਵਿਆਹ ਸ਼ਾਦੀ ਤੁਸੀਂ 1000 ਬੰਦਾ 500-700 ਬੰਦਾ ਇਕੱਠਾ ਕਰਨਾ ਹੈ? ਕਿੱਥੇ ਲਿਖਿਆ ਵੀ? ਅਤੇ ਉਹਦੇ ਨਾਲ ਕੀ ਹੋ ਜਾਏਗਾ? ਸਿਰਫ ਹਉਮੈ ਨੂੰ ਪੱਠੇ ਪੈਣਗੇ ਵੀ ਹਾਂ ਇੰਨੇ ਆਏ। ਭੇਡਾਂ ਇਕੱਠੀਆਂ ਕਰਕੇ ਕੀ ਕਰੋਗੇ? ਉਂਝ ਹੈ, ਉਹ ਨਾਲੇ ਖਾਈ ਜਾਣਗੇ ਨਾਲੇ ਨੁਕਤਾਚੀਨੀ ਕਰੀ ਜਾਣਗੇ, ਪੈਸਾ ਖਰਾਬ ਕਰਨਾ ਬਸ। ਵੀ ਆਪਣਾ 5 ਬੰਦੇ ਜਾਓ। ਅੱਜ ਕੱਲ੍ਹ ਦੇ ਜਵਾਕ ਦੇ ਤੁਹਾਡੇ ਤੋਂ ਕਿਤੇ ਵੱਧ ਸਿਆਣੇ ਹੋਏ, ਕਹਿੰਦੇ ਮਾਂ ਪਿਓ ਨੇ ਤੋਂ ਦਫਾ ਆਵੋ, ਤੁਹਾਡੀ ਸਾਨੂੰ ਲੋੜ ਹੀ ਨਹੀਂ, ਅਸੀਂ 2 ਹੀ ਬਹੁਤ ਹਾਂ। ਸਗੋਂ ਉੱਤੋਂ ਸ਼ੋਅ ਕਰਿਆ ਕਰੋ ਨਾਰਾਜ਼ਗੀ, ਵਿੱਚੋਂ ਖੁਸ਼ ਹੋਇਆ ਕਰੋ। ਠੀਕ, ਸਾਡੇ ਕੁੜੀ ਵਾਲੇ ਕਹਿੰਦੇ ਸਾਡਾ 15-20 ਲੱਖ ਬਚ ਗਿਆ, ਮੁੰਡੇ ਵਾਲੇ 15-20 ਲੱਖ ਬਚ ਗਿਆ। ਕਿੰਨੀ ਦੂਰ ਦੀ ਸੋਚੀ ਇਹਨਾਂ ਨੇ। ਉੱਥੇ 2-4 ਹਜ਼ਾਰ ਵਕੀਲ ਨੂੰ ਦਿੱਤਾ, ਚਲੋ ਜੀ ਕੋਰਟ ਮੈਰਿਜ ਹੋ ਗਈ। ਬਾਅਦ ਵੀ ਤਾਂ ਮੈਰਿਜ ਰਜਿਸਟਰਡ ਕਰਾਉਣੀ ਹੈ ਕੋਰਟ 'ਚ, ਅਤੇ ਪਹਿਲੇ ਵਾਲੇ ਕੋਰਟ 'ਚ ਉਹ ਮੈਰਿਜ ਹੋ ਗਈ, ਗੱਲ ਖਤਮ ਹੋ ਗਈ, ਦੁਬਾਰਾ ਜਾਣ ਦੀ ਲੋੜ ਨਹੀਂ ਹੈਗੀ। ਸੋ ਰੁੱਸ ਜਿਆ ਕਰੋ ਉਦੋਂ। ਜੇ ਕੁੜੀ ਮੁੰਡਾ ਕਿ ਮੈਂ ਜੀ ਫਲਾਣਾ ਵਿਆਹ ਕਰਾਂ, ਚਲੋ ਚੱਲ ਹਾਂ, ਉਹ ਨਹੀਂ ਡੈਡੀ ਮੰਮੀ ਮੈਂ ਕਰੀ ਜਾਓ। ਅੱਛਾ ਜੇ ਜ਼ਰੂਰ ਕਰਾਉਣਾ, ਅਸੀਂ ਪੈਲੇਸ ਪੁਲਿਸ ਕੋਈ ਨਹੀਂ ਕਰਾਉਣਾ, ਆਪਣਾ ਜਾਓ ਦੋਨੋਂ ਜਾਓ ਕੋਰਟ ਮੈਰਿਜ ਕਰਾ ਲਓ, ਅਸੀਂ ਕੋਈ ਪੈਲੇਸ ਨਹੀਂ ਕਰਨਾ, ਜਾਂ ਸਾਡੀ ਚੱਲੂਗੀ। ਉਹ ਕਹਿੰਦੇ ਚੰਗਾ ਜੀ ਅਸੀਂ ਤਾਂ ਪੈਲੇਸ 'ਚ ਨਹੀਂ ਕਰਦੇ, ਤੁਸੀਂ ਸਾਡੇ ਮੰਨ ਜਾਓ, ਚੱਲ ਆਪਣਾ ਪੈਸਾ ਬਚਾਓ, ਬੱਚਿਆਂ ਦੇ ਬਾਅਦ 'ਚ ਕੰਮ ਆਵੇਗਾ। ਨਾ ਬਸ ਤੇ ਉਜਾੜਨ 'ਤੇ ਲੱਗਿਆ, ਮਗਰ ਉਹ ਕਰਜ਼ਾ ਚੜ੍ਹਦੇ ਲੈਂਦਾ ਹੈ ਨਹੀਂ, ਫਿਰ ਆਤਮ ਹੱਤਿਆ ਕਰੀ ਜਾਓ ਜੀ, ਕਰੀ ਜਾਓ ਜੀ। ਪਾਗਲਾਂ ਨੇ ਆਤਮ ਹੱਤਿਆ ਕਰਨੀ, ਹੋਰ ਕੀ ਹੈ। ਇੱਕ ਰਿਸ਼ਤੇਦਾਰ ਨੂੰ ਮੈਂ ਕਿਹਾ ਤੁਹਾਡੇ 'ਤੇ ਕਰਜ਼ਾ ਕਿਉਂ ਚੜ੍ਹ ਗਿਆ? ਉਹ ਘਰ ਦੇ ਕੰਮਾਂ ਕਰ। ਮੈਂ ਘਰ ਦੇ ਕੀ ਕੰਮ ਕਰਦੇ ਹੋ ਤੁਸੀਂ? ਕੀ ਕਰਦੇ ਹੋ? ਜਵਾਕ ਤੁਹਾਡੇ ਸਾਰੇ ਵਿਆਹ ਗਏ ਕਈ ਸਾਲ ਪਹਿਲਾਂ। ਤੁਸੀਂ 2.5 ਜੀ ਹੋ ਅਤੇ ਵੈਸ਼ਨੂੰ ਹੋ, ਅੰਮ੍ਰਿਤਧਾਰੀ ਹੋ, ਰੋਟੀ ਪਾਣੀ ਖਾਣਾ। ਤੁਸੀਂ ਜ਼ਮੀਨ ਵੇਚਣ 'ਤੇ ਲੱਗੇ ਹੋ, ਕਰਜ਼ਾ ਚੱਕਣ 'ਤੇ ਲੱਗੇ ਹੋ, ਤੁਸੀਂ ਕਿੱਥੋਂ ਦੇ ਅਕਲਮੰਦ ਹੋ ਜੀ? ਮੈਨੂੰ ਦੱਸੋ ਤੁਸੀਂ ਕਾਹਦੇ 'ਤੇ ਖਰਚ? ਬਸ ਜੀ ਘਰ ਦੇ ਕੰਮਾਂ 'ਤੇ। ਦੱਸ ਲੈ ਵੀ ਇਹ ਵੀ ਕੋਈ ਜਵਾਬ ਹੈ? ਮੇਰੀ ਤਸੱਲੀ ਕਰੋ ਤੁਸੀਂ ਵੀ ਜਿਹੜਾ ਹੈ ਤੁਸੀਂ ਜ਼ਮੀਨ ਵੇਚਤੀ, ਫਿਰ ਕਰਜ਼ਾ ਵੀ ਤੁਹਾਡੇ ਸਿਰ ਹੈਗਾ, ਵੀ ਆਹ ਹਰਕਤ ਤੁਸੀਂ ਕਰਦੇ ਕੀ ਰਹੇ ਹੋ? ਬਸ ਉਹ ਘਰ ਦੇ ਕੰਮਾਂ ਜੀ। ਮੈਂ ਘਰ ਦੇ ਕੰਮ ਤੁਸੀਂ ਕੀਤਾ ਕੀ? ਇੱਕ ਤਾਂ ਹਾਂਜੀ ਅਸੀਂ ਕੁੜੀ ਦਾ ਵਿਆਹ ਕੀਤਾ, ਮੁੰਡੇ ਦਾ ਵਿਆਹ ਕੀਤਾ, ਉੱਥੇ ਖਰਚਾ ਆ ਗਿਆ। ਮੈਂ ਉਹ ਤਾਂ 12 ਸਾਲ ਹੋ ਗਏ ਪਹਿਲਾਂ ਵਿਆਹ ਕੀਤਿਆਂ ਨੂੰ, ਅਤੇ ਤੁਸੀਂ ਇੰਨਾ ਕਰਜ਼ਾ ਚੜ੍ਹਾਈ ਫਿਰਦੇ ਹੋ, ਅਤੇ ਫਿਰ ਤਸੱਲੀ ਬਖਸ਼ ਉੱਤਰ ਵੀ ਨਹੀਂ ਦਿੰਦੇ ਹੈਗੇ। ਆਹ ਤਾਂ ਜੱਟਾਂ ਦਾ ਹਾਲ ਹੈ। ਨਾ ਇਹਨਾਂ ਨੂੰ ਪੈਸਾ ਵਰਤਣਾ ਆਉਂਦਾ, ਨਾ ਇਹਨਾਂ ਨੂੰ ਸਮਾਂ ਵਰਤਣਾ ਆਉਂਦਾ। ਬਸ ਜਿਹੜਾ ਖਾਲੀ ਸਮਾਂ ਉਹਦੇ 'ਚ ਪੀਵੀ ਜਾਣੀ ਹੈ, ਬੱਕਰੇ 'ਚ ਬੁਲਾਈ ਜਾਣੇ, ਅਤੇ ਜਾਂ ਮੁੰਡੇ ਕੁੜੀ ਦੇ ਵਿਆਹ 'ਤੇ ਫੂੰ ਫਾਂ ਕਰਨੀ ਹੁੰਦੀ, ਉਹ ਕਰਜ਼ੇ ਚੜ੍ਹ ਜਾਂਦੇ, ਆਮਦਨ ਹੋਣੀ ਹੁੰਦੀ ਨਹੀਂ ਰਹੀ ਜਾਂਦੀ। ਆਹ ਹਾਲ ਹੈ ਜੀ। ਸੋ ਇਸ ਲਈ ਕਿਤੇ ਸਾਡਾ ਜੀਵਨ ਗੁਰਬਾਣੀ ਅਨੁਸਾਰ ਜੇ ਆਨੰਦ ਹੀ ਆਨੰਦ ਹੈ, ਪਰ ਕੌਣ ਕਰਦਾ ਜੀ? ਧੱਕੇ ਖਾਣੇ ਨੇ ਮਨੁੱਖ ਨੇ ਖਾਈ ਜਾਂਦਾ। ਜੇ 5 ਬੰਦਿਆਂ ਨਾਲ ਸਰੇ ਤਾਂ ਜ਼ਰੂਰੀ 500 ਇਕੱਠਾ ਕਰਨਾ। ਫਿਰ ਉਹਨਾਂ ਲਈ ਪੈਰਿਸ ਕਰੋ ਜੀ, ਲੱਖਾਂ ਰੁਪਏ ਉਹ ਲੈਂਦੇ। ਫਿਰ ਫਲਾਣਾ ਕਰੋ ਜੀ, ਕਈ ਪੈਲਸ 3 ਲੱਖ ਲੈਂਦੇ, ਕਈ 5 ਲੱਖ ਲੈਂਦੇ, ਕਈ 7 ਲੱਖ ਵੀ ਲੈਂਦੇ ਤੇ। 7 ਲੱਖ ਦਾ ਪੈਲਸ ਹੀ ਕਰ ਲਿਆ, ਅਤੇ ਵਿੱਚ ਫਿਰ ਖਾਣ ਪੀਣ ਦਾ ਸਮਾਨ ਤਾਂ ਚਾਹੀਦਾ 3-4 ਲੱਖ ਦਾ। ਚਲੋ ਜੀ 10 ਲੱਖ ਦੇ ਰੋਟੀ 'ਤੇ ਹੀ ਲੱਗ ਗਿਆ ਹੈ। ਅਤੇ ਵਿਆਹ ਲਈ ਕਿੰਨਾ ਕੁਛ ਨਾਲ ਦੇਣਾ ਹੁੰਦਾ, ਮਗਰੋਂ ਫਿਰ ਚੱਕੀ ਜਾਵੇ। ਜੇ ਕਿਸੇ ਨੂੰ ਕਹੋ ਰਿਸ਼ਤੇਦਾਰ ਨੂੰ, ਮੰਨਦਾ ਕੋਈ ਨਹੀਂ ਹੈਗਾ ਨਾ। ਜਿਵੇਂ ਇੱਕ ਨੂੰ ਮੈਂ ਕਿਹਾ ਬਈ ਬੀਬੀ ਤੂੰ ਇਹ ਡਬਲ ਸਟੋਰੀ ਬਿਲਡਿੰਗ ਨਾ ਪਾ, ਅਜੇ ਕੋਈ ਲੋੜ ਨਹੀਂ ਹੈਗੀ। ਕੀ ਪਤਾ ਤੇਰੇ ਬੱਚੇ ਨੇ ਕਿੱਥੇ ਉਹਨੂੰ ਨੌਕਰੀ ਮਿਲਣੀ ਹੈ, ਇੰਡੀਆ 'ਚ ਰਹਿਣਾ, ਉਹਨੇ ਫੋਰਨ ਜਾਣਾ ਹੈ, ਕੋਈ ਪਤਾ ਨਹੀਂ ਅੱਜ ਕੱਲ੍ਹ ਦੇ ਜਵਾਕ ਦਾ। ਜਦੋਂ ਇਹ ਫੈਸਲਾ ਹੋ ਜਾਏਗਾ ਵੀ ਇਹ ਪੰਜਾਬ 'ਚ ਇਹਨੂੰ ਨੇੜੇ ਕਿਤੇ ਨੌਕਰੀ ਮਿਲ ਗਈ ਹੈ, ਉਦੋਂ ਉੱਪਰਲੀ ਮੰਜ਼ਿਲ ਪਾ ਲਿਓ ਵਿਆਹ ਤੋਂ ਬਾਅਦ। ਉਦੋਂ ਪਾਉਣ ਦਾ ਪਹਿਲਾਂ ਕੋਈ ਫਾਇਦਾ ਨਹੀਂ। ਜੇ ਤੁਸੀਂ ਜ਼ਰੂਰ ਪਾਣੀ ਹੈ ਫਿਰ ਬਾਹਰ ਦੀ ਪੌੜੀਆਂ ਚੜ੍ਹਾ ਲਓ, ਵੀ ਤਾਂ ਜੇ ਉੱਪਰਲੀ ਮੰਜ਼ਿਲ ਕਿਰਾਏ 'ਤੇ ਦੇਣੀ ਪੈ ਗਈ ਤੁਸੀਂ ਕਿਰਾਏ 'ਤੇ ਦੇ ਸਕੋ। ਨਾ ਬਾਹਰ ਦੀ ਪੌੜੀਆਂ ਚੜ੍ਹਾਈਆਂ, ਨਾ ਸਿੰਗਲ ਪਾਈ, ਅੰਦਰ ਦੀ ਪੌੜੀਆਂ ਚੜ੍ਹਾ ਲਈਆਂ। ਚੱਲ
ਉਹ 2 ਟੋਟਰੂ ਨੇ ਹੁਣ ਉੱਥੇ ਫਿਰੀ ਜਾਓ ਜੀ। ਹੁਣ ਉੱਪਰਲੇ ਮੰਜ਼ਿਲ ਜਾਂਦੇ ਕੋਈ ਨਹੀਂ। ਵੀ ਮੰਨਦੇ ਵੀ ਨਹੀਂ ਕਿਸੇ ਦੀ ਹੈਗੇ। ਵੀ ਕੋਲ ਪੈਸਾ ਹੈ, ਤੁਸੀਂ ਰੱਖੋ। ਅਜੇ ਕਿਹੜਾ ਤੁਸੀਂ ਮਰ ਚੱਲੇ ਹੋ। ਪਤਾ ਨਹੀਂ ਕਿਸ ਵੇਲੇ ਅੱਜ ਕੱਲ੍ਹ ਐਸੀਆਂ ਬਿਮਾਰੀਆਂ ਲੱਖਾਂ ਰੁਪਈਏ ਲੱਗ ਜਾਂਦੇ ਨੇ। ਹਾਂ, ਵੀ ਪੈਸਾ ਸਾਂਭ ਕੇ ਰੱਖੋ, ਔਖੇ ਵੇਲੇ ਕੰਮ ਆਵੇਗਾ ਨਾ, ਬਸ ਉਹ ਲਾਈ ਜਾਣਾ ਹੈ ਜੀ। ਸੋ ਤਾਂ ਮੈਂ ਦੱਸ ਰਿਹਾ, ਸ਼ਾਇਦ ਤੁਹਾਡੇ 'ਚੋਂ ਕਿਸੇ ਨੂੰ ਕੋਈ ਅਕਲ ਥੋੜ੍ਹੀ ਬਹੁਤੀ ਆ ਜਾਏ, ਬਾਕੀ ਆਉਣੀ ਤਾਂ ਹੈ ਨਹੀਂ, ਪਰ ਚਲੋ ਸਾਡਾ ਫਰਜ਼ ਬਣਦਾ ਦੱਸੀ ਜਾਣਾ। ਕਿਉਂ ਅੱਜ ਕੱਲ੍ਹ ਨਾ ਮੰਨਣ ਦਾ ਰਿਵਾਜ਼ ਹੀ ਨਹੀਂ ਹੈ, ਕਿਸੇ ਦੀ ਸਲਾਹ ਨਹੀਂ। ਅਲਗ ਮੈਂ ਹੀ ਸਿਆਣਾ, ਉਹ ਕਹਿੰਦਾ ਮੈਂ ਹੀ ਸਿਆਣਾ ਹਾਂ, ਸਭ ਕਹਤੇ ਹੈ ਪਾਇਆ, ਸਾਰੇ ਕਹਿੰਦੇ ਸਾਨੂੰ ਮਿਲ ਗਿਆ ਬਸ। ਸੋ ਗੁਰੂ ਮਹਾਰਾਜ ਇੱਕ ਓਂਕਾਰ ਸਤਿਗੁਰ ਪ੍ਰਸਾਦ, ਜਿਹੜਾ ਇੱਕ ਓਂਕਾਰ ਪਰ ਪਰਮਾਤਮਾ ਹੈ, ਇਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸ਼੍ਰੀ ਰਾਗ ਮਹਿਲਾ ਪਹਿਲਾ ਘਰ ਤੀਜਾ। ਜੋਗੀ, ਜੋਗੀ ਇੱਕ ਵਚਨ ਹੁੰਦਾ, ਇਹਨੂੰ ਆਪਾਂ ਬਣਾਉਣਾ ਹੈ ਬਹੁਵਚਨ। ਗਗਨ ਬਿਹਾਰੀ ਦਾ ਜੇ ਬਿੰਦੀ ਲਾ ਦੋਗੇ ਇਹ ਬਣ ਗਿਆ ਬਹੁਵਚਨ। ਜੋਗੀ ਅੰਦਰ ਜੋਗੀਆ, ਤੂੰ ਭੋਗੀ ਗਗਨ ਬਿਹਾਰੀ ਬਿੰਦੀ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ ਸਵਰਗ ਮੱਛ ਪਿਆਲ ਜੀਓ। ਹੇ ਪਰਮਾਤਮਾ, ਤੂੰ ਜੋਗੀਆਂ ਦੇ ਵਿੱਚ ਜੋਗੀ ਹੈ, ਤੂੰ ਭੋਗੀਆਂ ਦੇ ਵਿੱਚ ਭੋਗੀ ਹੈ, ਤੇਰਾ ਅੰਤ ਨਾ ਪਾਇਆ। ਸਵਰਗ ਦੇ ਲੋਕਾਂ ਨੇ, ਮੱਛ ਮਾਤ ਲੋਕ ਦੇ ਲੋਕਾਂ ਨੇ, ਪਿਆਲ ਪਤਾਲ ਦੇ ਲੋਕਾਂ ਨੇ, ਤੇਰਾ ਅੰਤ ਨਹੀਂ ਪਾ ਸਕੇ। ਨਾ ਸਵਰਗ ਦੇ ਲੋਕ, ਨਾ ਮੱਛ ਮੈਨੇ ਮਾਤ ਲੋਕ, ਪਿਆਲ ਮੈਨੇ ਪਾਤਾਲ ਲੋਕ। ਸਵਰਗ ਲੋਕ, ਮਾਤ ਲੋਕ, ਪਤਾਲ ਲੋਕ, ਇਹ ਤੇਰਾ ਅੰਤ ਨਹੀਂ ਪਾ ਸਕੇ। ਹੋਂ ਵਾਰੀ ਹੋਂ ਵਾਰ ਨੇ ਕੁਰਬਾਨ ਤੇਰੇ ਨਾਮ ਨੂੰ। ਹੇ ਪਰਮਾਤਮਾ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਂਦਾ ਹਾਂ, ਮੈਂ ਤੇਰੇ ਨਾਮ ਤੋਂ ਵਾਰਨੇ ਜਾਂਦਾ ਹਾਂ, ਮੈਂ ਤੇਰੇ ਨਾਮ ਤੋਂ ਬਲਿਹਾਰ ਜਾਂਦਾ ਹਾਂ। ਤੁਧ ਸੰਸਾਰ ਉਪਾਇਆ, ਸਿਰੇ ਸਿਰ ਧੰਦੇ ਲਾਇਆ, ਵੇਖੈਂ ਕੀਤਾ ਆਪਣਾ, ਕਰ ਕੁਦਰਤ ਪਾਸਾ ਢਾਲ ਜੀਓ। ਕਹ ਤੁਧ ਸੰਸਾਰ ਉਪਾਇਆ, ਹੇ ਪ੍ਰਭੂ ਤੂੰ ਸੰਸਾਰ ਪੈਦਾ ਕੀਤਾ, ਸਿਰੇ ਸਿਰ ਧੰਦੇ ਲਾਏ। ਹਰ ਇੱਕ ਨੂੰ ਉਹਦੇ ਪਿਛਲੇ ਜਨਮਾਂ ਦੇ ਕਰਮ ਵੇਖ ਕੇ ਉਹਨਾਂ ਨੂੰ ਕੰਮ ਧੰਦੇ ਲਾਤਾ ਵੀ ਚਲੋ ਤੂੰ ਆਹ ਕਰ, ਤੂੰ ਆਹ ਕਰ। ਸਾਡੇ ਪਿਛਲੇ ਕਰਮ ਪਰਮਾਤਮਾ ਨੇ ਵੇਖੇ, ਸਾਨੂੰ ਇਸ ਜ਼ਿੰਦਗੀ 'ਚ ਉਹ ਕੰਮ ਸੌਂਪ ਦਿੱਤੇ, ਅਸੀਂ ਉਹੀ ਕੰਮ ਕਰ ਰਹੇ ਹਾਂ। ਸਿਰੇ ਸਿਰ ਧੰਦੇ ਲਾਇਆ, ਹਰ ਇੱਕ ਨੂੰ ਕਰਮਾਂ ਦੇ ਅਨੁਸਾਰ ਕੰਮ ਧੰਦਿਆਂ 'ਚ ਲਾਤਾ। ਵੇਖੈ ਕੀਤਾ ਆਪਣਾ, ਇੱਕ ਹੁੰਦਾ ਵੇਖੈ, ਵਾਵੇ ਨੂੰ ਲਾ ਖੱਖੇ ਨੂੰ ਦਲਾਵਾਂ, ਵੇਖੈ ਇਹ ਇੱਕ ਵਚਨ ਵੇਖਦਾ ਹੈ। ਵੇਖੇ ਇਹ ਜਾਂ ਤੇ ਹੁੰਦਾ ਬਹੁਵਚਨ, ਜਾਂ ਜੇ ਤੂੰ ਦੀ ਭਾਵਨਾ ਹੋਵੇ ਤਾਂ ਵੀ ਬਿੰਦੀ ਨਾ ਬੋਲਿਆ ਜਾਂਦਾ। ਵੇਖੇ ਕੀਤਾ ਆਪਣਾ, ਤੂੰ ਆਪਣੇ ਕੀਤੇ ਹੋਏ ਨੂੰ, ਆਪਣੇ ਬਣਾਏ ਹੋਏ ਨੂੰ ਵੇਖਦਾ ਹੈ। ਇਹ ਹੈ ਵੇਖਦਾ ਹੈ, ਇਸ ਕਰਕੇ ਵੇਖੇ। ਵੇਖੇ ਕੀਤਾ ਆਪਣਾ, ਕਰ ਕੁਦਰਤ ਪਾਸਾ ਢਾਲ ਜੀਓ। ਤੂੰ ਕੁਦਰਤ ਬਣਾ ਕੇ ਫਿਰ ਜਿਹੜਾ ਹੈ ਜੀਵਾਂ ਦੀ ਖੇਡ ਖੇਡਦਾ ਤੂੰ। ਕਈ ਖੇਡਦੇ ਨੇ ਚੌਪੜ ਦਾ, ਅਤੇ ਉਹਦੇ ਵਿੱਚ ਉਹ ਗਿੱਟੀਆਂ ਜੀ ਹੁੰਦੀਆਂ ਨੇ, ਉਹਨੂੰ ਚੱਕ ਚੱਕ ਕੇ ਸੁੱਟਦੇ ਨੇ ਇੱਧਰ। ਹਾਂ, ਕਹਿੰਦੇ ਤੂੰ ਸੰਸਾਰ ਦਾ ਖੇਡ ਖੇਡ ਰਿਹਾ, ਇਹ ਤੂੰ ਕੁਦਰਤ ਬਣਾਈ ਹੈ, ਤੂੰ ਸੰਸਾਰ ਬਣਾਇਆ ਹੈ, ਆਪ ਹੀ ਇਹਦੇ ਵਿੱਚ ਖੇਡ ਖੇਡ ਰਿਹਾ ਹਾਂ, ਅਤੇ ਆਪਣੇ ਕੀਤੇ ਨੂੰ ਆਪ ਹੀ ਵੇਖ ਰਿਹਾ ਹਾਂ। ਪ੍ਰਗਟ ਪਹਾਰੈ ਜਾਪਦਾ, ਸਭ ਨਾਵੇਂ ਨੂੰ ਪ੍ਰਤਾਪ ਦਾ, ਸਤਿਗੁਰ ਬਾਝ ਨਾ ਪਾਇਓ, ਸਭ ਮੋਹੀ ਮਾਇਆ ਜਾਲ ਜੀਓ। ਪਹਾਰਾ ਉਹੀ ਤਾਂ ਦੁਕਾਨ ਨੂੰ ਕਹਿੰਦੇ ਨੇ, ਇੱਥੇ ਪਹਾਰਾ ਹੈ ਸੰਸਾਰ ਤੋਂ ਭਾਵ। ਪ੍ਰਗਟ ਪਹਾਰਾ ਜਾਪਦਾ, ਤੂੰ ਆਪਣਾ ਜਿਹੜਾ ਸੰਸਾਰ ਤੂੰ ਬਣਾਇਆ ਨਾ, ਉਸ ਵਿੱਚ ਹੀ ਤੂੰ ਦਿਸਦਾ ਹੈ, ਤੂੰ ਉਸ ਦੇ ਵਿੱਚ ਪ੍ਰਗਟ ਰੂਪ 'ਚ ਦਿਸਦਾ ਹੈ। ਸਾਡੇ ਵਰਗਿਆਂ ਨਹੀਂ ਦਿਸਦਾ,
ਜਿਨ੍ਹਾਂ ਬਾਣੀ ਲਿਖਿਆ ਉਹਨਾਂ ਨੂੰ ਦਿਸਦਾ। ਪਰਮਾਤਮਾ ਆਪਣੇ ਸੰਸਾਰ ਦੇ ਵਿੱਚ ਹੀ ਹੈ, ਪਰ ਜਦੋਂ ਇਹ ਦਿਵ ਦ੍ਰਿਸ਼ਟੀ ਖੁੱਲ੍ਹਦੀ ਹੈ ਫਿਰ ਪਰਮਾਤਮਾ ਹਰ ਇੱਕ ਚੀਜ਼ ਦੇ ਵਿੱਚ ਦਿਸਣਾ ਸ਼ੁਰੂ ਹੋ ਜਾਂਦਾ ਹੈ। ਪ੍ਰਗਟ ਪਹਾੜੈ ਜਪ ਦਾ, ਸਭ ਨਾਮੇ ਨੂੰ ਪ੍ਰਤਾਪ ਦਾ। ਪ੍ਰਤਾਪ ਦਾ ਇੱਛਾ ਕਰਨਾ, ਲੋਚਾ ਕਰਨਾ। ਸਾਰੇ ਨਾਮ ਤੇਰੇ ਤੋਂ ਮੰਗਦੇ ਨੇ, ਨਾਮ ਦੀ ਦਾਤ ਤੇਰੇ ਸਾਰੇ ਹਰ ਕੋਈ ਤੇਰੇ ਤੋਂ ਨਾਮ ਦੀ ਦਾਤ ਮੰਗਦਾ ਹੈ। ਸਤਿਗੁਰ ਬਾਝ ਨਾ ਪਾਇਓ, ਸਭ ਮੋਹੀ ਮਾਇਆ ਜਾਲ ਜੀਓ। ਹਰ ਇੱਕ ਜਿਹੜੇ ਨੇ ਮਾਇਆ ਦੇ ਜਾਲ 'ਚ ਫਸੇ ਹੋਏ ਨੇ, ਸਾਰੇ ਮਾਇਆ ਦੇ ਜਾਲ ਵਿੱਚ ਫਸੇ ਹੋਏ ਹਨ। ਇਸ ਲਈ ਗੁਰੂ ਤੋਂ ਬਿਨਾਂ ਇਸ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਸਤਿਗੁਰ ਬਾਝ ਨਾ ਪਾਇਓ, ਨਾਮ ਨੂੰ ਤਾਂ ਸਾਰੇ ਚਾਹੁੰਦੇ ਨੇ, ਪਰ ਨਾਮ ਦੀ ਪ੍ਰਾਪਤੀ ਗੁਰੂ ਨਾਲ ਤੋਂ ਹੁੰਦੀ। ਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਸਤਿਗੁਰ ਕੋ ਬਲ ਜਾਈਏ, ਜਿਤ ਮਿਲੇ ਪਰਮਗਤ ਪਾਈਏ। ਗੁਰੂ ਤੋਂ ਬਲਹਾਰ ਜਾਣਾ ਚਾਹੀਦਾ, ਕਿਉਂਕਿ ਗੁਰੂ ਨੂੰ ਮਿਲ ਕੇ ਪਰਮ ਗਤੀ ਪ੍ਰਾਪਤ ਹੁੰਦੀ ਹੈ। ਪਰਮ ਗਤ ਦੀ ਉੱਚੀ ਤੋਂ ਉੱਚੀ ਆਤਮਿਕ ਅਵਸਥਾ, ਉੱਥੇ ਪਹੁੰਚ ਕੇ ਫਿਰ ਸਾਡਾ ਜੰਮਣ ਮਰਨ ਖਤਮ ਹੋ ਜਾਂਦਾ ਅਤੇ ਬੰਦਾ ਜਿਉਂਦਿਆਂ ਹੀ ਮੁਕਤ ਹੋ ਜਾਂਦਾ ਹੈ। ਸਿੱਖ ਧਰਮ ਦੇ ਵਿੱਚ ਮਰਨ ਤੋਂ ਬਾਅਦ ਮੁਕਤੀ ਦੀ ਕੋਈ ਮਹਾਨਤਾ ਨਹੀਂ। ਗੁਰੂ ਮਹਾਰਾਜ ਕਹਿੰਦੇ ਜਿਉਂਦਿਆਂ ਹੀ ਮੁਕਤ ਹੋਣਾ ਹੈ, ਜਿਉਂਦਿਆਂ ਮੁਕਤ ਹੋਣਾ। ਸੋ ਇਹ ਜਿਹੜੀ ਪਰਮਗਤ ਹੈ, ਉੱਚੀ ਤੋਂ ਉੱਚੀ ਆਤਮਿਕ ਅਵਸਥਾ ਹੈ, ਇਹ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਗੁਰੂ ਤੋਂ ਪ੍ਰਾਪਤ ਹੁੰਦੀ, ਇਸ ਲਈ ਕਦੇ ਗੁਰੂ ਤੋਂ ਸਦਾ ਬਲਿਹਾਰ ਜਾਣਾ ਚਾਹੀਦਾ ਹੈ। ਸੁਰ ਨਰ ਮੁਨ ਜਨ ਲੋਚਦੇ, ਸੋ ਸਤਿਗੁਰ ਦੀਆ ਬੁਝਾਏ ਜੀਓ। ਜਿਸ ਨਾਮ ਨੂੰ ਦੇਵਤੇ ਨਰ ਮਨੁੱਖ ਮੁਨ ਰਿਸ਼ੀ ਮੁਨੀ ਜਨ ਪਰਮਾਤਮਾ ਦੇ ਸੇਵਕ ਲੋਚਦੇ ਨੇ, ਚਾਹੁੰਦੇ ਹਨ, ਸੋ ਸਤਿਗੁਰ ਦੀਆ ਬੁਝਾਏ ਜੀਓ। ਉਹਦੀ ਸੋਝੀ ਗੁਰੂ ਨੇ ਦੇ ਦਿੱਤੀ ਹੈ। ਗੁਰੂ ਉਹਦੀ ਸੋਝੀ ਦਿੰਦਾ ਹੈ। ਜਿਹਨੂੰ ਮਨੁੱਖ ਭਾਲਦਾ ਫਿਰਦਾ ਨਾ, ਉਹਦੀ ਸੋਝੀ ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਜਦੋਂ ਅਸੀਂ ਨਾਮ ਜਪੀ ਜਾਂਗੇ ਸਾਨੂੰ ਹਰ ਪ੍ਰਕਾਰ ਦੀ ਸੋਝੀ ਪ੍ਰਾਪਤ ਹੋ ਜਾਏ ਆਟੋਮੈਟਿਕਲੀ। ਕਿਉਂ? ਪਰਮਾਤਮਾ ਸਭ ਕੁਝ ਜਾਣਦਾ ਹੈ। ਜਦੋਂ ਅਸੀਂ ਨਾਮ ਜਪੀ ਜਾਂਗੇ, ਯਾਦ ਰੱਖੋ ਜੋ ਪਰਮਾਤਮਾ ਕੋਲੇ ਹੈ ਉਹ ਉਹਦੇ ਨਾਮ ਵਿੱਚ ਹੈ। ਜੋ ਪਰਮਾਤਮਾ ਕੋਲ ਹੈ ਨਾ, ਉਹਦੇ ਨਾਮ ਵਿੱਚ ਹੈ। ਜਿਹੜੀ ਸ਼ਕਤੀ ਪਰਮਾਤਮਾ ਕੋਲ ਹੈ ਉਹਦੇ ਨਾਮ ਵਿੱਚ ਹੈ। ਇਸ ਲਈ ਨਾਮ ਜਪਦੇ ਰਹੋ, ਜਪਦੇ ਰਹੋ, ਜਪਦੇ ਰਹੋ, ਜਪਦੇ ਰਹੋ। ਹੌਲੀ ਹੌਲੀ ਅਸੀਂ ਪਰਮਾਤਮਾ ਵਰਗੇ ਹੋਈ ਜਾਵਾਂਗੇ। ਉਹਦੀਆਂ ਸ਼ਕਤੀਆਂ, ਉਹਦਾ ਗਿਆਨ ਫਿਰ ਹੌਲੀ ਹੌਲੀ ਸਾਨੂੰ ਪ੍ਰਾਪਤ ਹੁੰਦਾ ਜਾਵੇਗਾ। ਸੋ ਇਸ ਲਈ ਨਾਮ ਦੇ ਵਿੱਚ ਹੀ ਸਾਰਾ ਕੁਛ ਹੈ, ਆਪੇ ਹੀ ਮਿਲ ਜਾਣਾ ਸਮਾਂ ਪਾ ਕੇ। ਸਾਡਾ ਕੰਮ ਹੈ ਉੜਦੇ ਬੈਠਦੇ ਤੁਰਦੇ ਫਿਰਦੇ ਨਾਮ ਜਪੀ ਜਾਣਾ, ਵਾਹਿਗੁਰੂ 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 ਕਰੀ ਜਾਣਾ। ਜੋ ਵਾਹਿਗੁਰੂ ਵਿੱਚ ਤਾਕਤ ਹੈ ਉਹੀ ਉਸਦੇ ਨਾਮ ਵਿੱਚ ਹੈ। ਜੋ ਅਸੀਂ ਵਾਹਿਗੁਰੂ ਤੋਂ ਮੰਗਦੇ ਹਾਂ ਨਾ, ਸਾਨੂੰ ਪੁੱਤਰ ਦੇ ਦੇ, ਸਾਨੂੰ ਫਲਾਣਾ ਦੇ ਦੇ, ਬਸ ਨਾਮ ਜਪੀ ਜਾਓ, ਨਾਮ ਦੇ ਵਿੱਚ ਹੀ ਤੁਹਾਡੀ ਇੱਛਾ ਪੂਰੀ ਹੋ ਜਾਏਗੀ। ਸੋ ਗੁਰੂ ਮਹਾਰਾਜ ਕਹਿੰਦੇ ਨੇ, ਸਤ ਸੰਗਤ ਕੈਸੀ ਜਾਣੀਏ, ਜਿੱਥੈ ਏਕੋ ਨਾਮ ਵਖਾਣੀਏ। ਏਕੋ ਨਾਮ ਹੁਕਮ ਹੈ ਨਾਨਕ, ਸਤਿਗੁਰ ਦੀਆ ਬੁਝਾਏ ਜੀਓ। ਸਤ ਸੰਗਤ ਕੈਸੀ ਜਾਣੀਏ, ਕਹਿੰਦੇ ਕਿਹੋ ਜਿਹੀ ਸੰਗਤ ਨੂੰ ਸਤ ਸੰਗਤ ਕਿਹਾ ਜਾਂਦਾ ਹੈ? ਅੱਗੇ ਜਵਾਬ ਹੈ, ਜਿੱਥੇ ਏਕੋ ਨਾਮ ਵਖਾਣੀ, ਜਿੱਥੇ ਸਿਰ ਪਰਮਾਤਮਾ ਦਾ ਨਾਮ ਜਪਿਆ ਜਾਂਦਾ। ਜਿਸ ਸੰਗਤ ਦੇ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪਿਆ ਜਾਂਦਾ, ਉਹ ਸੰਗਤ ਹੈ ਸਤ ਸੰਗਤ। ਲੋਕਾਂ ਦੇ ਇਕੱਠ ਨੂੰ ਸੰਗਤ ਨਹੀਂ ਕਹਿੰਦੇ। ਲੋਕਾਂ ਦੇ ਇਕੱਠ ਭੀੜ ਹੋ ਤਾਂ ਕਿਸੇ ਕਾਰਨ ਕਿਸੇ ਕੰਮ ਲਈ ਵੀ ਇਕੱਠੀ ਹੋ ਸਕਦੀ ਹੈ। ਜਿਹੜੀ ਸੰਗਤ ਹੈ, ਜਿਹੜੇ ਲੋਕ ਇਕੱਠੇ ਹੋਏ ਨੇ, ਅਗਰ ਉਹ ਨਾਮ ਜਪਦੇ ਨੇ ਫਿਰ ਉਹ ਸਤ ਸੰਗਤ ਸਮਝਵਾਏ ਨੇ। ਸੋ ਕਹਿੰਦੇ ਸਤ ਸੰਗਤ ਕੈਸੀ ਹੁੰਦੀ ਹੈ? ਜਿੱਥੇ ਏਕੋ ਨਾਮ ਵਖਾਣੇ, ਜਿੱਥੇ ਪਰਮਾਤਮਾ ਦਾ ਨਾਮ ਜਪਿਆ ਜਾਂਦਾ, ਉਹ ਹੁੰਦੀ ਸਤ ਸੰਗਤ।
ਏਕੋ ਨਾਮ ਹੁਕਮ ਹੈ ਨਾਨਕ, ਸਤਿਗੁਰ ਦੀਆ ਬੁਝਾਏ ਜੀਓ। ਹੇ ਨਾਨਕ, ਗੁਰੂ ਨੇ ਮੈਨੂੰ ਇਹ ਸੋਝੀ ਦਿੱਤੀ ਹੈ ਕਿ ਏਕੋ ਨਾਮ ਹੁਕਮ ਹੈ, ਕਿ ਪਰਮਾਤਮਾ ਦਾ ਇੱਕੋ ਹੁਕਮ ਹੈ ਕਿ ਨਾਮ ਜਪੋ। ਬਸ ਵੀ ਮੇਰਾ ਨਾਮ ਜਪੋ, ਉਹਦਾ ਹੁਕਮ ਹੈ ਬਸ। ਬਸ ਨਾਮ ਜਪੀ ਜਣੇ, ਬਾਕੀ ਸਾਰਾ ਕੁਛ ਆਪੇ ਠੀਕ ਹੋ ਜਾਏਗਾ। ਜਦੋਂ ਸਾਨੂੰ ਨਾਮ ਤੋਂ ਵੇਹਲ ਹੀ ਨਹੀਂ ਮਿਲੇਗਾ ਤਾਂ ਮਨ ਕੁਛ ਹੋਰ ਸੋਚੇਗਾ ਹੀ ਨਹੀਂ। ਜਦੋਂ ਮਨ ਕੁਛ ਹੋਰ ਸੋਚੇਗਾ ਹੀ ਨਹੀਂ ਤਾਂ ਇਹਦੇ 'ਚ ਭੈੜੇ ਖਿਆਲ ਹੀ ਨਹੀਂ ਆਉਣਗੇ। ਜਦੋਂ ਭੈੜੇ ਖਿਆਲ ਹੀ ਨਹੀਂ ਆਉਣਗੇ, ਅਸੀਂ ਭੈੜਾ ਕੰਮ ਹੀ ਨਹੀਂ ਕਰਾਂਗੇ। ਜਦੋਂ ਅਸੀਂ ਵਿਹਲੇ ਹੁੰਦੇ ਹਾਂ, ਮਨ ਜਨਮਾਂ ਜਨਮੰਤਰਾਂ ਦਾ ਮੈਲਾ ਹੋਣ ਕਰਕੇ ਸਾਡੇ ਅੰਦਰ ਭੈੜੇ ਖਿਆਲ ਲਿਆਉਣੇ ਸ਼ੁਰੂ ਕਰਦਾ। ਜਦੋਂ ਕੋਈ ਵੀ ਖਿਆਲ ਵਾਰੀ ਵਾਰੀ ਆਵੇ, ਬੰਦਾ ਉਹਦੇ ਅਨੁਸਾਰ ਕਰਮ ਕਰਦਾ ਹੈ ਅਤੇ ਫਿਰ ਬੁਰੇ ਕੰਮਾਂ 'ਚ ਪੈ ਜਾਂਦਾ ਹੈ। ਮਨ ਨੂੰ ਵੇਲ ਹੀ ਨਹੀਂ ਦੇਣੀ। ਬਸ ਇਹਨੂੰ ਸਿਮਰਨ ਬਾਣੀ 'ਚ ਲਾਈ ਹੋਈ ਰੱਖਣਾ ਹੈ। ਤਾਂ ਕਿਉਂ ਇਹਨੂੰ ਮਨ ਨੂੰ ਇਹਨੂੰ ਸ਼ੈਤਾਨ ਦੀ ਟੂਟੀ ਕਹਿੰਦੇ ਆ, ਡੈਵਲਜ਼ ਵਰਕਸ਼ਾਪ ਕਹਿੰਦੇ ਨੇ। ਇਹ ਭੂਤ ਨੇ, ਮਨ ਭੂਤ ਨੇ। ਇਹ ਜਿਹਨੂੰ ਚੰਬੜ ਗਿਆ ਨਾ ਫਿਰ ਬੜਾ ਔਖਾ ਹੁੰਦਾ। ਇਸ ਲਈ ਇਹਨੂੰ ਨਾਮ ਦੇ ਵਿੱਚ ਲਾਈ ਰੱਖਣਾ ਬਸ। ਕਿਉਂਕਿ ਮਨ ਕਹਿੰਦਾ, ਦੇਖੋ ਮਨ ਹਰ ਵਕਤ ਕੰਮ ਕਰਦਾ ਰਹਿੰਦਾ। ਜਿਵੇਂ ਦਿਲ ਹਰ ਵਕਤ ਧੜਕਦਾ ਰਹਿੰਦਾ ਹੈ, ਸਾਹ ਹਰ ਵਕਤ ਚੱਲਦਾ ਰਹਿੰਦਾ ਹੈ, ਇਹ ਮਨ ਵੀ ਸਦਾ ਹੀ ਕੁਝ ਨਾ ਕੁਝ ਸੋਚੀ ਜਾਂਦਾ, ਚਾਹੇ ਰਾਤੀ ਸੁੱਤੇ ਹੋ ਜਾਂ ਦਿਨੇ ਜਾਗਦੇ ਹੋ। ਸਿਰਫ ਇੰਨਾ ਹੀ ਹੈ ਕਿ ਜਿਹੜਾ ਬੱਚਾ ਹੈ ਉਹ ਉੱਚੀ ਉੱਚੀ ਗੱਲਾਂ ਕਰਦਾ, ਅਸੀਂ ਮਨ 'ਚ ਗੱਲਾਂ ਕਰਦੇ। ਅਸੀਂ ਵੀ ਹਰ ਵਕਤ ਗੱਲਾਂ ਕਰਦੇ ਹਾਂ। ਤੁਸੀਂ ਸੈਰ ਕਰਨ ਜਾ ਰਹੇ ਹੋ ਜੀ, ਚੁੱਪ ਹੋ ਤੁਸੀਂ, ਮਨ ਬੋਲੀ ਹੋਈ ਜਾ ਰਿਹਾ ਕੁਛ ਨਾ ਕੁਛ। ਸਿਰਫ ਇੰਨਾ ਕਿ ਅਸੀਂ ਵੱਡੇ ਹਾਂ, ਉੱਚੀ ਉੱਚੀ ਨਹੀਂ ਬੋਲਦੇ। ਬੱਚਾ ਜਿਹੜਾ ਉੱਚੀ ਉੱਚੀ ਬੋਲਦਾ, ਬਸ ਇੰਨਾ ਹੀ ਫਰਕ ਹੈ। ਉਹ ਗੱਲਾਂ ਉਹ ਵੀ ਕਰੀ ਜਾ ਰਿਹਾ, ਉਹ ਉੱਚੀ ਉੱਚੀ ਗੱਲਾਂ ਕਰ। ਤੁਸੀਂ ਕਈ ਵਾਰੀ ਚੱਲ ਚੁੱਪ ਕਰੋ, ਐਵੇਂ ਰੌਲਾ ਪਾ। ਇਹ ਨਹੀਂ ਪਤਾ ਵੀ ਰੌਲਾ ਤਾਂ ਤੂੰ ਵੀ ਪਾ ਰਿਹਾ। ਸਿਰਫ ਇੰਨਾ ਕਿ ਤੂੰ ਮੂੰਹ ਬੋਲ ਨਹੀਂ ਰਿਹਾ, ਅੰਦਰ ਤਾਂ ਤੇਰੇ ਰੋਲ ਘਚੋਲਾ ਨਾ, ਅੰਦਰ ਤਾਂ ਤੇਰੇ ਵੀ ਰੋਲ ਘਚੋਲਾ ਹੈ। ਉਹ ਰੋਲ ਘਚੋਲੇ ਕਾਰਨ ਰੱਬ ਬੋਲ ਰਿਹਾ ਹੈ। ਸਾਡਾ ਆਪਣੇ ਰੌਲਾ ਰੱਪਾ, ਰੱਬ ਸੁਣਦਾ ਹੀ ਨਹੀਂ ਸਾਨੂੰ। ਸਾਡੇ ਅੰਦਰ ਅਨਹਦ ਨਾਦ ਵੱਜ ਰਿਹਾ, ਸਾਡੇ ਅੰਦਰ ਰੱਬੀ ਸੰਗੀਤ ਹਰ ਵਕਤ ਹੋ ਰਿਹਾ ਹੈ। ਮੰਨ ਲਓ ਮੈਂ ਕਥਾ ਕਰ ਰਿਹਾ, ਤੁਸੀਂ ਤਾਂ ਗੱਲਾਂ ਕਰਨ ਲੱਗ ਜਾਓ, ਤਾਂ ਫਿਰ ਮੇਰੀ ਗੱਲ ਤੁਹਾਨੂੰ ਨਹੀਂ ਨਾ ਸੁਣੇਗੀ। ਐਂ ਰੱਬ ਬੋਲ ਰਿਹਾ, ਅਸੀਂ ਅੰਦਰ ਬੋਲੀ ਹੀ ਜਾ ਰਹੇ ਹਾਂ, ਅਸੀਂ ਸੁਣਦੇ ਹੀ ਨਹੀਂ। ਅਸੀਂ ਚੁੱਪ ਕਰਾਂਗੇ ਤਾਂ ਉਹਦੀ ਸੁਣੇਗੀ ਨਾ। ਸਾਡਾ ਮਨ ਚੁੱਪ ਹੀ ਨਹੀਂ ਕਰਦਾ ਹੈਗਾ, ਇਹ ਬੋਲੀ ਹੋਈ ਜਾਂਦਾ, ਕੁਝ ਨਾ ਕੁਝ ਬੋਲੇ ਹੀ ਜਾਂਦਾ। ਬਸ ਉਹ ਫਿਰ ਰੱਬ ਕਿੱਥੋਂ ਇੱਕ ਦੀ ਗੱਲ ਸੁਣਨੀ। ਕਈ ਵਾਰੀ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੁੰਦਾ ਹੈ, ਇੱਕ ਬੋਲ ਰਿਹਾ, ਦੂਜੇ ਵਿੱਚ ਹੀ ਰੌਲਾ ਪਾਈ ਜਾਂਦੇ, ਲਾਲਾ ਲਾਲਾ ਕਰਦੇ, ਉਹਦੇ ਤੱਕ ਚਲੇ ਜਾ, ਸਪੀਕਰ ਦਾ ਚਲੇ, ਕੋਈ ਸੁਣਦਾ ਹੀ ਨਹੀਂ ਵੀ ਕੀ ਕਹਿ ਰਹੇ ਨੇ। ਕੋਈ ਕਿਸੇ ਦੀ ਗੱਲ ਨੂੰ ਧਿਆਨ ਨਾਲ ਨਹੀਂ ਸੁਣਦਾ ਵੀ ਪਹਿਲਾਂ ਇਹਦੀ ਸੁਣ ਲਓ, ਫਿਰ ਆਪਣੀ ਕਹਿ ਲਓ ਨਾ, ਵਿੱਚ ਹੀ ਆਪਣਾ ਰੌਲਾ ਜਾਂ ਪਾਈ ਜਾਣਾ। ਇਹ ਤਰ੍ਹਾਂ ਸਾਡਾ ਮਨ ਹੈ। ਇਹ ਮੈਂ ਬਾਣੀ ਦੀ ਗੱਲ ਕਰ ਰਿਹਾ, ਤੁਹਾਡਾ ਮਨ ਅੰਦਰ ਹੀ ਆਪਣਾ ਰੌਲਾ ਪਾ ਰਿਹਾ ਹੈ, ਇਸ ਲਈ ਉਹ ਪੂਰੀ ਗੱਲ ਬਣਦੀ ਨਹੀਂ ਹੈਗੀ। ਜਦੋਂ ਮਨ ਇਕਾਗਰ ਹੋਏ ਤਾਂ ਫਿਰ ਗੱਲ ਸਮਝ ਆਉਣ ਲੱਗ ਜਾਂਦੀ। ਜਦੋਂ ਮਨ ਥੋੜ੍ਹੇ ਜਿਹੇ ਸਮੇਂ ਲਈ ਟਿਕਦਾ ਨਾ, ਫਿਰ ਗੱਲ ਸਮਝ ਆਉਣ ਲੱਗਦੀ ਹੈ। ਇਹ ਟਿਕਦਾ ਹੀ ਨਹੀਂ ਹੈ। ਕੀਤਾ ਕੀ ਜਾਏ, ਗੁਰੂ ਮਹਾਰਾਜ ਕਹਿੰਦੇ ਬਸ ਇਹਨੂੰ ਨਾਮ 'ਤੇ ਲਾ ਦਿਓ, ਇਹਨੂੰ ਵਿਹਲੇ ਰਹਿਣ ਹੀ ਨਹੀਂ ਦੇਣਾ, ਨਹੀਂ ਤਾਂ ਸੰਸਾਰਿਕ ਗੱਲਾਂ ਕਰੀ ਜਾਓਗੇ। ਇਹਨੂੰ ਨਾਮ 'ਤੇ ਲਾਈ ਜਾਓ, ਵਾਹਿਗੁਰੂ ਵਾਹਿਗੁਰੂ। ਜਿੰਨਾ ਸਮਾਂ ਤੁਸੀਂ ਜਾਗਦੇ ਹੋ, ਇਹਨੂੰ ਵਾਹਿਗੁਰੂ ਵਾਹਿਗੁਰੂ 'ਤੇ ਲਾਈ ਰੱਖੋ, ਰਾਤ ਨੂੰ ਆਪੇ ਲੱਗਾ ਰਹੇਗਾ, ਵਾਹਿਗੁਰੂ ਕਰਦਾ ਰਹੇਗਾ। ਅਗਰ ਤੁਸੀਂ ਦਿਨੇ ਘੰਟਿਆਂ ਬੱਧੀ ਵਾਹਿਗੁਰੂ ਵਾਹਿਗੁਰੂ ਕਰੋ, ਰਾਤ ਨੂੰ ਆਪਣੇ ਆਪ ਹੀ ਹੁੰਦਾ ਰਹਿੰਦਾ। ਤੁਹਾਨੂੰ ਕਦੋਂ ਪਤਾ ਲੱਗੇ? ਜਦ ਤੁਸੀਂ ਪਾਸਾ ਪਲਟੋਗੇ। ਜਦੋਂ ਪਾਸਾ ਪਲਟੋਗੇ, 1 ਜਾਂ 2 ਸਕਿੰਟ ਲਈ ਤੁਹਾਨੂੰ ਜਾਗ ਆਵੇਗੀ, ਉਦੋਂ ਤੁਸੀਂ ਦੇਖਿਓ ਤੁਹਾਡਾ ਮੂੰਹ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੋਵੇਗਾ, ਉਹ ਫਿਰ ਆਪੇ ਲੱਗਾ ਰਹਿੰਦਾ। ਇਸ ਲਈ ਦਿਨੇ ਅਭਿਆਸ ਕਰਨਾ ਹੈ, ਵਾਹਿਗੁਰੂ 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 ਕਰਨਾ। ਬੈਠੇ ਹੋ, ਲੇਟੇ ਹੋ, ਤੁਰ ਰਹੇ ਹੋ, ਸੈਰ ਕਰਦੇ ਹੋ, ਸਫ਼ਰ ਕਰ ਰਹੇ ਹੋ, ਇੱਕ ਵਾਰੀ ਸਾਨੂੰ ਆਦਤ ਪੈ ਗਈ, ਫਿਰ ਸਾਡੀ ਰੁਚੀ ਹੋ ਜਾਂਦੀ ਹੈ। ਅਤੇ ਜਿਸ ਚੀਜ਼ ਦੀ ਆਦਤ ਪੈ ਜਾਏ, ਉਹ ਕੰਮ ਕਰਨਾ ਫਿਰ ਆਸਾਨ ਹੋ ਜਾਂਦਾ। ਹੁਣ ਸਾਡੇ ਲਈ ਨਾਮ ਜਪਣਾ ਇਸ ਲਈ ਔਖਾ ਹੈ ਕਿ ਸਾਨੂੰ ਆਦਤ ਨਹੀਂ ਪਈ।
ਜਦੋਂ ਅਸੀਂ ਲਗਾਤਾਰ ਯਤਨ ਕਰਦੇ ਰਹਾਂਗੇ ਕਿਸੇ ਕੰਮ ਨੂੰ ਤੁਸੀਂ ਵਾਰੀ ਵਾਰੀ ਕਰੀ ਜਾਓ, ਉਸ ਕੰਮ ਦੀ ਆਦਤ ਪੈ ਜਾਂਦੀ, ਅਤੇ ਜਿਸ ਕੰਮ ਦੀ ਆਦਤ ਪੈ ਜਾਏ ਉਹ ਕੰਮ ਕਰਨਾ ਫਿਰ ਆਸਾਨ ਹੋ ਜਾਂਦਾ ਹੈ। ਸੋ ਗੁਰੂ ਮਹਾਰਾਜ ਕਹਿੰਦੇ, ਏਕੋ ਨਾਮ ਹੁਕਮ ਹੈ ਨਾਨਕ, ਸਤਿਗੁਰ ਦੀਆ ਬੁਝਾਏ ਜੀਓ। ਗੁਰੂ ਨੇ ਦੱਸਦਾ ਕਿ ਇੱਕੋ ਹੀ ਹੁਕਮ ਹੈ, ਅਤੇ ਉਹ ਹੈ ਨਾਮ ਜਪਣ ਦਾ। ਪਰ ਨਾਮ ਜਪੀ ਜਾਣਾ, ਜਪੀ ਜਾਣਾ। ਇਹ ਜਗਤ ਭਰਮ ਭੁਲਾਇਆ, ਆਪੋਂ ਤੁਧ ਖੁਆਇਆ, ਆਪੋਂ ਹਾਹਿਤ ਟਿੱਪੀ, ਆਪੋਂ ਤੁਧ ਖੁਆਇਆ, ਪ੍ਰਤਾਪ ਲੱਗਾ ਦੁਹਾਗਣੀ, ਭਾਗ ਜਿਨ੍ਹਾਂ ਕੇ ਨਾਹੀਂ ਜੀਓ। ਇਹ ਜਗਤ ਭਰਮ ਭੁਲਾਇਆ। ਪਰਮਾਤਮਾ ਨੇ ਆਪ ਹੀ ਸੰਸਾਰ ਨੂੰ ਭਰਮਾਂ 'ਚ ਪਾ ਕੇ ਨਾ ਰੱਬ ਹੀ ਭੁਲਾ ਦਿੱਤਾ ਹੈ। ਮਨੁੱਖ ਨੂੰ ਭਰਮਾਂ 'ਚ ਪਾ ਕੇ ਰੱਬ ਹੀ ਭੁਲਾ ਦਿੱਤਾ ਹੈ। ਆਪੋਂ ਤੁਧ ਖੁਆਇਆ, ਖੁਆਇਆ ਦਾ ਖੁੰਝਾ ਦੇਣਾ। ਤੁਸੀਂ ਕੋਈ ਕੰਮ ਕਰਨਾ ਸੀ, ਉਹ ਤੋਂ ਖੁੰਝ ਗਏ। ਤੁਸੀਂ ਗੱਡੀ ਫੜਨੀ ਸੀ, ਥੋੜ੍ਹੀ ਦੇਰ ਲੇਟ ਹੋ ਗਏ, ਖੁੰਝ ਕੇ ਗੱਡੀ ਚੜ੍ਹ ਨਹੀਂ ਸਕੇ। ਇਹ ਪਰਮਾਤਮਾ ਨੇ ਆਪ ਹੀ ਸਾਨੂੰ ਖੁੰਝਾ ਦਿੱਤਾ ਹੈ, ਆਪ ਹੀ ਭੁਲਾ ਦਿੱਤਾ ਹੈ। ਉਹਨੇ ਕਿਉਂ ਭੁਲਾਇਆ? ਕਿ ਉਹਨੂੰ ਕੋਈ ਸਵਾਦ ਆਉਂਦਾ? ਇੱਕ ਪਾਸੇ ਤੋਂ ਕਹਿੰਦਾ ਮੇਰਾ ਨਾਮ ਜਪੀ ਜਾਓ ਕਿ ਦੂਜੇ ਪਾਸੇ ਕਹਿੰਦੇ ਉਹਨੇ ਆਪ ਹੀ ਸਾਨੂੰ ਇਸ ਪਾਸੇ ਖੁੰਝਾ ਦਿੱਤਾ ਹੈ। ਸਾਡੇ ਕਰਮਾਂ ਨੂੰ ਵੇਖ ਕੇ, ਐਕਚੁਅਲੀ ਸਾਡੇ ਕਰਮ ਹੀ ਸਭ ਕੁਛ ਕਰਦੇ ਹਨ। ਪਰਮਾਤਮਾ ਤਾਂ ਸਿਰਫ ਉਹਨੂੰ ਲਿਖਦਾ ਹੈਗਾ। ਅਸੀਂ ਜੋ ਪਿਛਲੇ ਜਨਮਾਂ 'ਚ ਕਰਮ ਕੀਤੇ, ਉਹਦੇ ਅਨੁਸਾਰ ਪਰਮਾਤਮਾ ਨੇ ਸਾਡੀ ਕਿਸਮਤ ਲਿਖਤੀ। ਉਸ ਕਿਸਮਤ ਦੇ ਅਨੁਸਾਰ ਅਸੀਂ ਹੁਣ ਕਰਮ ਕਰ ਰਹੇ ਹਾਂ। ਸਾਡੀ ਕਿਸਮਤ ਹੀ ਸਾਡੇ ਤੋਂ ਚੰਗੇ ਮੰਦੇ ਕਰਮ ਕਰਾ ਰਹੀ ਹੈ। ਸਾਡੀ ਕਿਸਮਤ ਹੀ ਸਾਡੇ ਤੋਂ ਮਿਹਨਤ ਕਰਾਉਂਦੀ ਹੈ। ਸਾਡੀ ਕਿਸਮਤ ਹੀ ਸਾਨੂੰ ਨਲਾਇਕ ਬਣਾਉਂਦੀ ਹੈ। ਸਾਡੀ ਕਿਸਮਤ ਹੀ ਸਾਨੂੰ ਸੋਝੀ ਬਖਸ਼ਦੀ ਹੈ। ਸਾਡੀ ਕਿਸਮਤ ਹੀ ਸਾਡੇ ਤੋਂ ਮੂਰਖਾਂ ਵਾਲੇ ਕੰਮ ਕਰਵਾਉਂਦੀ ਹੈ। ਕਿਉਂਕਿ ਜਿਹੋ ਜਿਹੇ ਅਸੀਂ ਪਿਛਲੇ ਜਨਮ 'ਚ ਕਰਮ ਕੀਤੇ, ਉਹ ਸਾਡੀ ਅੱਜ ਦੀ ਕਿਸਮਤ ਹੋ ਗਏ ਹਨ। ਅੱਜ ਜਿਹੜੇ ਅਸੀਂ ਕਰਮ ਕਰ ਰਹੇ ਹਾਂ, ਉਹ ਆਉਣ ਵਾਲੀ ਕਿਸਮਤ ਬਣਾ ਰਹੇ ਹਾਂ। ਅਸੀਂ ਜੋ ਅੱਜ ਹਾਂ, ਇਹੀ ਪਿਛਲੇ ਜਨਮ 'ਚ ਸੀ, ਅਤੇ ਜੋ ਅੱਜ ਹਾਂ, ਇਹੀ ਅੱਗੇ ਬਣਾਂਗੇ। ਜਿਹੜਾ ਪਿਛਲੇ ਜਨਮ 'ਚ ਪੀਂਦਾ ਰਿਹਾ, ਹੁਣ ਵੀ ਪੀਂਦਾ, ਅਤੇ ਜਿਹੜਾ ਹੁਣ ਵੀ ਪੀਵੀ ਜਾਏਗਾ, ਅਗਲੇ ਜਨਮ 'ਚ ਵੀ ਪੀਵੇਗਾ। ਜਿਹੜਾ ਪਿਛਲੇ ਜਨਮ 'ਚ ਭਗਤੀ ਕਰਦਾ ਰਿਹਾ, ਉਹੀ ਹੁਣ ਭਗਤੀ ਕਰ ਰਿਹਾ। ਜਿਹੜਾ ਹੁਣ ਭਗਤੀ ਕਰ ਰਿਹਾ, ਅਗਲੇ ਜਨਮ 'ਚ ਵੀ ਕਰੇਗਾ। ਜਿਹੜਾ ਪਿਛਲੇ ਜਨਮ 'ਚ ਵੈਸ਼ਨੂੰ ਸੀ, ਉਹ ਹੁਣ ਵੀ ਵੈਸ਼ਨੂੰ ਹੈ। ਜਿਹੜਾ ਹੁਣ ਵੀ ਵੈਸ਼ਨੂੰ ਹੈ, ਉਹ ਅੱਗੇ ਵੀ ਵੈਸ਼ਨੂੰ ਰਹੇਗਾ। ਸਾਡਾ ਪਾਸਟ, ਪ੍ਰੈਜ਼ੈਂਟ, ਫਿਊਚਰ ਆਪਸ ਵਿੱਚ ਜੁੜਿਆ ਹੋਇਆ ਹੈ। ਇਹ ਕੱਲ੍ਹ, ਅੱਜ ਅਤੇ ਕੱਲ੍ਹ। ਪਾਕਿਸਤਾਨ ਜਿਹੜਾ ਆਉਣ ਵਾਲਾ ਕੱਲ੍ਹ, ਉਹਨੂੰ ਕਹਿੰਦੇ ਭਲਕੇ। ਉਹ ਪੂਰਾ ਫਰਕ ਸੀ। ਇੱਥੇ ਜਿਹੜਾ ਲੰਘ, ਉਹਨੂੰ ਵੀ ਕੱਲ੍ਹ ਕਹਿੰਦੇ ਨੇ। ਜਿਹੜਾ ਅਜੇ ਆਉਣਾ, ਉਹਨੂੰ ਵੀ ਕੱਲ੍ਹ ਕਹਿੰਦੇ ਨੇ। ਇੰਗਲਿਸ਼ ਵਾਲੇ ਬਿਲਕੁਲ ਕਲੀਅਰ ਨੇ, ਯੈਸਟਰਡੇ, ਟੁਮਾਰੋ, ਪਤਾ ਲੱਗਦਾ। ਸਾਡਾ ਕੱਲ੍ਹ ਵੀ ਉਹੀ ਲੰਘ ਗਿਆ, ਅਤੇ ਜਿਹੜਾ ਅੱਗੇ ਕੱਲ੍ਹ ਨਾ, ਉਹੀ ਕੱਲ੍ਹ ਹੈ। ਪਾਕਿਸਤਾਨ ਜਿਹੜਾ ਲੰਘ ਗਿਆ, ਉਹਨੂੰ ਕੱਲ੍ਹ ਕਹਿੰਦੇ ਸੀ। ਜਿਹੜਾ ਆਉਣਾ, ਉਹਨੂੰ ਭਲਕੇ ਕਹਿੰਦੇ। ਮੈਂ ਭਲਕੇ ਤੇ ਉੱਥੇ ਜਾਣਾ, ਮੈਂ ਭਲਕੇ ਆ ਕੰਮ ਕਰਨਾ ਹੈ। ਕੋਈ ਫਰਕ ਤਾਂ ਸੀ ਨਾ ਲੱਗਦਾ। ਖੈਰ, ਇਹ ਜਗਤ ਭਰਮ ਭੁਲਾਇਆ, ਆਪੋਂ ਤੁਧ ਖੁਆਇਆ। ਤੂੰ ਆਪ ਹੀ ਇਹਨਾਂ ਨੂੰ ਖੁੰਝਾਇਆ ਹੋਇਆ ਆਪਣੇ ਵੱਲੋਂ। ਪ੍ਰਤਾਪ ਲੱਗਾ ਦੁਹਾਗਣੀ, ਅਣਾਣੇ ਨੂੰ ਬਿਹਾਰੀ ਬਿੰਦੀ। ਦੁਹਾਗਣੀ ਇੱਕ ਵਚਨ ਹੁੰਦਾ, ਅਣਾਣੇ ਨੂੰ ਜਿਹੜੇ ਬਿਹਾਰੀ ਨੂੰ ਬਿੰਦੀ ਲਾਵਾਂਗੇ, ਇਹ ਹੋ ਗਿਆ ਬਹੁਤ। ਦੁਹਾਗਣੀ ਭਾਵ ਦੁਹਾਗਣਾ ਨੂੰ। ਪ੍ਰਤਾਪ ਲੱਗਾ ਦੁਹਾਗਣੀ, ਇਹ ਪਤਾ ਕਿਵੇਂ ਲੱਗੇਗਾ ਵੀ ਇਹ ਬਹੁਵਚਨ ਹੈ? ਅੱਗੇ ਲਿਖਿਆ, ਭਾਗ ਜਿਨ੍ਹਾਂ ਕੇ ਨਾਹੇ ਨੀ ਜੀਓ। ਜਿਨ੍ਹਾਂ ਦੇ ਭਾਗ ਨਹੀਂ ਹੈਗੇ, ਜਿਨ੍ਹਾਂ ਦੀ ਚੰਗੀ ਕਿਸਮਤ ਨਹੀਂ ਹੈ, ਜਿਨ੍ਹਾਂ ਬਹੁਵਚਨ ਹੈ, ਇਸ ਕਰਕੇ ਉੱਥੇ ਦੁਹਾਗਣੀ ਆਏਗਾ। ਜੇ ਹੁੰਦਾ ਭਾਗ ਜਿਸ ਕੇ ਨਾਹੇ ਜੀਓ, ਫਿਰ ਦੁਹਾਗਣੀ ਇਕੱਲਾ ਹੀ ਹੋਣਾ ਸੀ। ਪ੍ਰਤਾਪ ਲੱਗਾ, ਪ੍ਰਤਾਪ ਹੁੰਦਾ ਦੁੱਖ। ਜਿਹੜੀਆਂ ਦੁਹਾਗਣਾ ਹਨ, ਉਹ ਬੜੀਆਂ ਦੁਖੀ ਹੁੰਦੀਆਂ ਨੇ। ਕਿਉਂ? ਭਾਗ ਜਿਨ੍ਹਾਂ ਕੇ ਨਾਹੇ ਜੀ, ਉਹਨਾਂ ਦੇ ਭਾਗਾਂ ਸੁੱਖ ਹੈ ਹੀ ਨਹੀਂ। ਉਹ ਦੁਹਾਗਣਾ ਹੋਣ ਕਰਕੇ ਦੁਖੀ ਹੀ ਰਹਿੰਦੀਆਂ ਹਨ। ਪ੍ਰਤਾਪ ਹੁੰਦਾ ਦੁੱਖ। ਦੁਹਾਗਣੀ ਕਿਆ ਨਿਸ਼ਾਨੀਆਂ, ਖਸਮੋਂ
ਹਾਹੇ ਤੇ ਟਿੱਪੀ। ਜਦੋਂ ਤੂੰ ਦਾ ਮਤਲਬ ਹੈ ਨਾ ਵਿੱਚ, ਉਦੋਂ ਹਾਹੇ ਨੂੰ ਟਿੱਪੀ ਲਾ ਕੇ ਬੋਲਣਾ ਹੁੰਦਾ। ਜਿਵੇਂ ਘਰੋਂ, ਸਕੂਲੋਂ, ਦਫ਼ਤਰੋਂ, ਇਸ ਤਰ੍ਹਾਂ ਖਸਮੋਂ, ਖਸਮ ਤੋਂ। ਖਸਮੋਂ ਕੁੱਥੀਆਂ ਫਿਰੈ ਨਿਮਾਣੀਆਂ, ਮੈਲੇ ਵੇਸ। ਇਹਨੂੰ ਮੈਲੇ ਨਹੀਂ ਪੜ੍ਹ ਦੇਣਾ, ਮੈਲੇ ਲੱਲੇ ਦੇ ਪੈਰ ਬਿੰਦੀ ਲਾ ਕੇ ਪੜ੍ਹਨਾ। ਮੈਲੇ ਵੇਸ ਤਿਨਾ ਕਾਮਣੀ, ਅਣਾਨਣ ਬਿਹਾਰੀ ਬਿੰਦੀ। ਮੈਲੇ ਵੇਸ ਤਿਨਾ ਕਾਮਣੀ, ਦੁਖੀ। ਦੱਦੇ ਨੂੰ ਔਂਕੜ ਉੱਤੇ ਅਧਿਕ, ਖੱਖਣ ਬਿਹਾਰੀ ਬਿੰਦੀ। ਦੁਖੀ, ਦੁੱਖਾਂ ਵਿੱਚ। ਇੱਕ ਉਹਦਾ ਦੁਖੀ, ਫਲਾਣਾ ਬੰਦਾ ਬੜਾ ਦੁਖੀ ਹੈ ਜੀ। ਇੱਥੇ ਦੁਖੀ, ਦੁੱਖਾਂ ਵਿੱਚ ਰੈਣ ਵਿਹਾਏ ਜੀ। ਰੈਣ ਹੁੰਦੀ ਰਾਤ, ਵਿਹਾਏ ਹੁੰਦਾ ਬੀਤਣਾ। ਕਹਿੰਦੇ ਦੁਹਾਗਣੀ ਕਿਆ ਨਿਸ਼ਾਨੀਆਂ। ਦੁਹਾਗਣਾਂ ਦੀ ਕੀ ਨਿਸ਼ਾਨੀਆਂ ਨੇ? ਕਿਵੇਂ ਪਤਾ ਲੱਗੇ ਦੁਹਾਗਣ? ਖਸਮੋਂ ਕੁੱਥੀਆਂ ਫਿਰੈ ਨਿਮਾਣੀਆਂ। ਉਹ ਰੱਬ ਨੂੰ ਭੁਲਾਉਂਦੀਆਂ ਨੇ ਅਤੇ ਨਿਮਾਣਿਆਂ ਦੀ ਤਰ੍ਹਾਂ, ਨਿਮਾਣੇ ਨਿਰਤਾਣੇ ਤਰ੍ਹਾਂ ਫਿਰੀ ਜਾਂਦੀਆਂ ਨੇ। ਰੱਬ ਨੂੰ ਜਦੋਂ ਭੁਲਾ ਦਿੱਤਾ ਤਾਂ ਰੱਬ ਨੇ ਉਹਨਾਂ ਨੂੰ ਛੱਡ ਦਿੱਤਾ ਹੈ। ਉਹਨਾਂ ਨੂੰ ਛੱਡਤਾ, ਉਹ ਦੁਹਾਗਣਾ ਹੋ ਗਈਆਂ ਨੇ। ਇੱਕ ਹੁੰਦੇ ਸੁਹਾਗਣ, ਇੱਕ ਹੁੰਦੇ ਦੁਹਾਗਣ, ਜਿਹਨੂੰ ਛੁੱਟੜ ਵੀ ਕਹਿੰਦੇ ਨੇ। ਇੱਕ ਹੁੰਦੀ ਵਿਧਵਾ। ਵਿਧਵਾ ਤਾਂ ਉਹ ਜਿਹਦਾ ਪਤੀ ਮਰ ਗਿਆ ਹੈ। ਸੁਹਾਗਣ ਉਹ ਹੈ ਜਿਹਦਾ ਪਤੀ ਜਿਉਂਦਾ ਅਤੇ ਆਪਸੀ ਪਿਆਰ ਹੈ। ਦੁਹਾਗਣ ਉਹ ਹੈ ਜਿਹੜੀ ਛੁੱਟੜ ਹੈ, ਪਤੀ ਦੇ ਜਿਉਂਦਾ ਪਰ ਪਤੀ ਨੇ ਆਪਣੇ ਘਰ 'ਚੋਂ ਕੱਢਦਾ, ਮੈਂ ਨਹੀਂ ਤੈਨੂੰ ਰੱਖਦਾ, ਭੱਜਾ। ਉਹ ਦੁਹਾਗਣ। ਜਿਹੜੇ ਸੁਹਾਗਣ ਹੈ ਉਹ ਤਾਂ ਆਨੰਦ 'ਚ ਹੈ। ਜਿਹੜੀ ਛੁੱਟੜ ਹੈ ਵੀ ਰਿਸ਼ਤਾ ਟੁੱਟ ਗਿਆ ਇੱਕ ਵਾਰੀ, ਉਹ ਵੀ ਕੋਈ ਪ੍ਰਬੰਧ ਕਰਦੀ, ਚੱਲ ਹੋਰ ਕੋਈ ਵਿਆਹ ਕਰਾਈ ਲੱਭੀਏ। ਜਿਹੜੀ ਦੁਹਾਗਣ ਹੈ ਉਹ ਛੱਡੀ ਹੋਈ ਹੈ, ਸਭ ਤੋਂ ਦੁਖੀ ਉਹ ਹੁੰਦੀ ਹੈ। ਪਰਮਾਤਮਾ ਦਾ ਅਸੀਂ ਨਾਮ ਨਹੀਂ ਜਪਦੇ। ਪਰਮਾਤਮਾ ਨੇ ਸਾਨੂੰ ਆਪਣੀ ਪਤਨੀ ਮੰਨਦੇ ਹੀ ਨਹੀਂ ਹੋ ਗਏ। ਜਦੋਂ ਹੋ ਗਏ ਉਹਨੇ ਆਪਣੇ ਘਰੋਂ ਸਾਨੂੰ ਕੱਢਤੇ। ਰਹਿੰਦੇ ਤਾਂ ਅਸੀਂ ਸੱਚਖੰਡ 'ਚ ਹੀ ਸੀ। ਜਦੋਂ ਨੇ ਪਹਿਲੀ ਵਾਰ ਸਾਨੂੰ ਜੀਵਨ ਦਿੱਤਾ, ਉਹ ਇਸ ਜੀਵਨ 'ਚ ਆ ਕੇ ਫਿਰ ਅਸੀਂ ਰੱਬ ਨੂੰ ਗਏ ਭੁੱਲ। ਰੱਬ ਨੂੰ ਗਏ ਭੁੱਲ। ਫਿਰ ਜੇ ਰੱਬ ਨੂੰ ਭੁੱਲ ਗਏ ਤਾਂ ਫਿਰ ਪਰਮਾਤਮਾ ਸਾਨੂੰ ਪੱਕੇ ਤੌਰ 'ਤੇ ਆਪਣੇ ਘਰੋਂ ਕੱਢਦਾ, ਦਫਾ ਹੋ, ਮੈਂ ਤੁਹਾਨੂੰ ਰੱਖਦਾ। ਉਦੋਂ ਦੀਆਂ ਅਸੀਂ ਦੁਹਾਗਣਾ ਫਿਰੀ ਜਾਂਦੇ ਹਾਂ ਅਤੇ ਦੁੱਖ ਸੁੱਖ ਭੋਗੀ ਜਾਂਦੇ ਹਾਂ। ਇਹ ਦੁੱਖ ਆ ਹੀ ਇਸੇ ਲਈ ਰਹੇ ਨੇ ਕਿ ਅਸੀਂ ਪਰਮਾਤਮਾ ਦਾ ਨਾਮ ਨਹੀਂ ਜਪਦੇ। ਪਰਮਾਤਮਾ ਦਾ ਨਾਮ ਜਪਣ ਕਰਕੇ ਉਹਨੇ ਸਾਨੂੰ ਘਰੋਂ ਕੱਢਤਾ। ਅਸੀਂ ਹੁਣ ਦੁਹਾਗਣਾ ਹਾਂ, ਅਤੇ ਦੁਹਾਗਣ ਚਾਹੇ ਅੱਜ ਦੀ ਹੋਵੇ ਅਤੇ ਚਾਹੇ ਧਾਰਮਿਕ ਤੌਰ 'ਤੇ ਹੋਵੇ, ਉਹਨੇ ਦੁਖੀ ਹੀ ਰਹਿਣਾ ਹੁੰਦਾ ਹੈ। ਅਸੀਂ ਸਾਡੇ ਦੁੱਖ ਦਾ ਕਾਰਨ ਆ ਹੈ। ਉਹਨਾਂ ਦੀ ਨਿਸ਼ਾਨੀ ਕੀ ਹੈ? ਕਹਿੰਦੇ ਖਸਮੋਂ ਕੁੱਥੀਆਂ। ਉਹ ਖਸਮ ਨੂੰ ਖੁੰਝ ਗਈਆਂ ਨੇ, ਉਹਨੂੰ ਯਾਦ ਨਹੀਂ ਕਰਦੀਆਂ। ਫਿਰ ਇਹ ਨਿਮਾਣੀਆਂ, ਹੁਣ ਨਿਮਾਣਿਆਂ ਤਰ੍ਹਾਂ ਫਿਰੀ ਜਾਂਦੀਆਂ ਨੇ। ਮੈਲੇ ਵੇਸ ਤਿਨਾ ਕਾਮਣੀ। ਇਹੋ ਜਿਹੀਆਂ ਔਰਤਾਂ ਦੇ ਕੱਪੜੇ ਵੀ ਮੈਲੇ, ਕਿਉਂਕਿ ਜਿਹੜੀ ਦੁਹਾਗਣ ਹੈ ਜਾਂ ਵਿਧਵਾ ਹੈ, ਉਹ ਬਹੁਤੇ ਸੋਹਣੇ ਕੱਪੜੇ ਨਹੀਂ ਪਾ ਸਕਦੀ। ਜੋ ਬੜੇ ਵਧੀਆ ਕੱਪੜੇ ਕਰਨ ਕਿ ਹਾਂ ਅੱਛਾ ਕੋਈ ਹੋਰ ਕਰਨਾ ਹੁਣ, ਫਿਰ ਜਨਾਨੀ ਗੱਲਾਂ ਕਰਦੀਆਂ ਨੇ ਵੀ ਇਹ ਤਾਂ ਛੁੱਟੜ ਹੈ, ਵਿਧਵਾ ਹੈ, ਗਲ 'ਚ ਹਾਰ ਪਾਇਆ, ਗਹਿਣੇ ਗੁਣੇ ਪਾਏ ਨੇ, ਬਾਜ਼ਾਰ ਬੜਾ ਸਾਜ ਧਾਜ ਕੇ ਜਾਂਦੀ ਹੈ। ਫਿਰ ਉਹ ਗੱਲਾਂ ਕਰਦੀਆਂ ਨੇ, ਫਿਰ ਗੱਲਾਂ ਕਰਦੀਆਂ। ਇਸ ਲਈ ਉਹਨਾਂ ਨੇ ਕੱਪੜੇ ਸੁਧਾਰਨ ਹੀ ਰੱਖਣੇ ਪੈਂਦੇ ਵਿਚਾਰੀਆਂ ਨੂੰ। ਮੈਲੇ ਵੇਸ ਤਿਨਾ ਕਾਮਣੀ, ਦੁਖੀ ਰੈਣ ਵਿਹਾਏ ਜੀ। ਦੁੱਖਾਂ ਦੇ ਵਿੱਚ ਉਹਨਾਂ ਦੀ ਜੀਵਨ ਰੂਪੀ ਰਾਤ ਬੀਤ ਜਾਂਦੀ ਹੈ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਸਮਾਂ ਹੋ ਗਿਆ। ਆਪ ਸਾਰੀ ਸੰਗਤ ਨੂੰ ਬੇਨਤੀ ਹੈ ਕਿ 1 ਤਰੀਕ ਤੋਂ ਸੰਥਿਆ ਸ਼ੁਰੂ ਹੋਣੀ। ਉਹਦਾ ਟਾਈਮ ਹੈ ਸ਼ਾਮ ਨੂੰ 6 ਵਜੇ ਤੋਂ ਲੈ ਕੇ 7 ਵਜੇ ਤੱਕ, 1 ਤਰੀਕ ਤੋਂ। ਇਸ ਲਈ ਕਥਾ 1 ਤਰੀਕ ਤੋਂ 7:15 ਵਜੇ ਤੋਂ ਲੈ ਕੇ 8:15 ਵਜੇ ਤੱਕ ਹੋਇਆ ਕਰਨੀ ਹੈ। ਤੁਹਾਡੇ ਵਿੱਚੋਂ ਕੋਈ ਸੰਥਿਆ ਲੈਣੋਂ ਰਹਿ ਗਿਆ, ਜਿੰਨੇ ਵੀ ਸੁਣ ਰਹੇ ਉਹਨਾਂ 'ਚ ਕੋਈ ਸੰਥਿਆ ਲੈਣ ਤੋਂ ਰਹਿ ਗਿਆ, ਆਪਣਾ ਪਾਠ ਸਿੱਖ ਲਓ। ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਆਂਢੀ ਗੁਆਂਢੀ ਜਿਹਨੂੰ ਵੀ ਤੁਸੀਂ ਜਾਣਦੇ ਹੋ, ਉਹ ਜਿਸ ਨੇ ਵੀ ਪਾਠ ਸਿੱਖਣਾ ਹੋਵੇ ਉਹਨੂੰ ਕਹਿ ਦੇਣਾ ਕਿ ਭਾਈ
1 ਤਰੀਕ 1 ਅਪ੍ਰੈਲ ਨੂੰ ਤੁਸੀਂ 6 ਵਜੇ ਗੁਰਦੁਆਰਾ ਸਾਧਸੰਗ ਭਵਨ ਨਿਊ ਮੇਰ ਸਿੰਘ ਕਲੋਨੀ ਵਿਖੇ ਪਹੁੰਚ ਜਾਣਾ ਹੈ। ਕਿਤਾਬਾਂ ਇੱਥੋਂ ਹੀ ਮਿਲਣਗੀਆਂ, ਸਭ ਕੁਛ ਇੱਥੋਂ ਮਿਲੇਗਾ। ਸਿਰਫ ਇੰਨਾ ਹੈ ਕਿ ਜਿਹੜੇ ਬਹੁਤੇ ਛੋਟੇ ਬੱਚੇ ਨੇ 6ਵੀਂ 7ਵੀਂ ਵਾਲੇ ਉਹਨਾਂ ਨਹੀਂ, ਜਿਹੜੇ 8ਵੀਂ ਤੱਕ ਹੋ ਗਏ ਨੇ ਜਾਂ ਉਦੋਂ ਵੱਡੇ ਨੇ, ਉਹਨਾਂ ਨੂੰ ਇੱਕ ਇੱਕ ਕਿਤਾਬ ਦਿੱਤੀ ਜਾਏਗੀ। ਉਹ 100 ਰੁਪਈਆ ਨਾਲ ਲੈ ਕੇ ਆਉਣ, ਕਿਉਂਕਿ ਜਿਹੜੀ ਨਵੀਂ ਕਿਤਾਬ ਛਪੀ ਹੈ ਉਸ ਤੋਂ ਹੀ ਸੰਥਿਆ ਦੇਣੀ ਹੈ। ਇਸ ਲਈ ਜਿਨ੍ਹਾਂ ਨੇ ਵੀ ਸੰਥਿਆ ਲੈਣੀ ਹੋਵੇ, ਪਾਠ ਸਿੱਖਣਾ ਹੋਵੇ, ਉਹ 1 ਅਪ੍ਰੈਲ ਨੂੰ 100 ਰੁਪਈਆ ਲੈ ਕੇ ਇੱਥੇ ਆ ਜਾਣਾ ਅਤੇ ਫਿਰ 6 ਵਜੇ ਲੈ ਕੇ 7 ਵਜੇ ਤੱਕ ਪਾਠ ਸਿਖਾਇਆ ਕਰਨਾ। ਫਿਰ ਐਤਵਾਰ ਨੂੰ ਵੀ ਸਿਖਾਇਆ ਕਰਨਾ, ਕੋਈ ਛੁੱਟੀ ਨਹੀਂ ਹੈ। 5.5 ਮਹੀਨੇ ਦਾ ਵੱਧ ਤੋਂ ਵੱਧ ਕੋਰਸ ਹੈ। 5 ਜਾਂ 5.5 ਮਹੀਨਿਆਂ ਦੇ ਵਿੱਚ ਸਾਰੇ ਗੁਰੂ ਗ੍ਰੰਥ ਦੀ ਸੰਥਿਆ ਪੂਰੀ ਹੋ ਜਾਣੀ ਹੈ। ਸੋ ਭਾਈ ਆਪਣਾ ਲਾਭ ਉਠਾਉਣਾ ਹੈ ਅਤੇ ਜਿਹੜੇ ਕਥਾ ਸੁਣਦੇ ਨੇ ਉਹ ਯਾਦ ਰੱਖਣ, 1 ਅਪ੍ਰੈਲ ਤੋਂ 7:15 ਵਜੇ ਤੋਂ ਲੈ ਕੇ 8:15 ਵਜੇ ਤੱਕ ਕਥਾ ਹੋਇਆ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।